Hello everyone, welcome to Victor's Knowledge. This is Chinu Sharma and today I am going to talk about another important topic from the subject of polity constitutional law. So ਜਿਹੜਾ ਆਉਣ ਵਾਲਾ ਸਬ ਇੰਸਪੈਕਟਰ ਦਾ ਐਗਜ਼ਾਮ ਹੈ ਉਹਦੇ ਵਿੱਚ ਇਹ ਟੌਪਿਕ ਸਪੈਸੀਫਿਕਲੀ ਮੈਂਸ਼ਨਡ ਹੈ। ਸੋ ਇਸੇ ਲਈ ਤੁਹਾਨੂੰ ਪਤਾ ਹੈ ਕਿ ਮੈਂ ਸਾਰੇ ਸਬ ਇੰਸਪੈਕਟਰ ਦੇ ਜੋ ਵੀ ਇੰਪੋਰਟੈਂਟ ਟੌਪਿਕਸ ਨੇ ਉਹ 1 ਬਾय 1 ਕਵਰ ਕਰਵਾ ਰਹੀ ਹਾਂ। ਸੋ ਅੱਜ ਮੈਂ ਤੁਹਾਡੇ ਨਾਲ ਸੈਂਟਰਲ ਐਂਡ ਸਟੇਟ ਲੈਜਿਸਲੇਚਰ ਬਾਰੇ ਗੱਲ ਕਰੂੰਗੀ। ਸੋ ਇਹਦੇ ਵਿੱਚ ਆਪਾਂ ਸੈਂਟਰ ਦੀ ਸਰਕਾਰ ਤੇ ਪਾਰਲੀਮੈਂਟ ਉਹਦੇ ਦੋ ਹਾਊਸਿਸ ਕਿਵੇਂ ਕੰਮ ਕਰਦੇ ਨੇ ਤੇ ਸਟੇਟ ਲੈਵਲ ਤੇ ਜਿਹੜੀ ਆਪਣੀ ਲੈਜਿਸਲੇਟਿਵ ਅਸੈਂਬਲੀ ਹੈ ਉਹ ਕਿਵੇਂ ਕੰਮ ਕਰਦੀ ਹੈ ਜਾਂ ਲੈਜਿਸਲੇਟਿਵ ਕਾਉਂਸਲ ਕੁਝ ਸਟੇਟਸ ਦੇ ਵਿੱਚ ਹੈ ਆਪਾਂ ਉਹਦੀ ਗੱਲ ਕਰਾਂਗੇ। ਤੇ ਜਿਹੜਾ ਇਹ ਟੌਪਿਕ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੇ ਹਰ ਪੇਪਰ ਦੇ ਵਿੱਚ ਇਹਦੇ ਚੋਂ 2 ਜਾਂ 3 ਕੁਐਸਚਨ ਤੁਸੀਂ 100% ਐਕਸਪੈਕਟ ਕਰ ਸਕਦੇ ਹੋ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। So before beginning with the topic, I want to share something very important with you guys. So मेरे अपने खुद दे hand written history ਦੇ ਪੂਰੇ complete notes ਨੇ ਤੇ ਇਹ notes ਸਿਰਫ ਔਰ ਸਿਰਫ ਤੁਹਾਨੂੰ 200 rupees ਦੇ ਵਿੱਚ ਮਿਲ ਰਹੇ ਨੇ। ਸੋ ਮੈਂ ਤੁਹਾਨੂੰ ਇਹਨਾਂ ਦੀ PDF send ਕਰ ਦੂੰਗੀ ਤੇ ਤੁਸੀਂ ਸਿਰਫ ਔਰ ਸਿਰਫ ਕੀ ਕਰਨਾ ਹੈ ਮੈਨੂੰ ਇੱਕ ਮੇਲ ਭੇਜਣੀ ਹੈ ਇਹ ਮੈਂਸ਼ਨਡ ਈਮੇਲ ਆਈਡੀ ਤੇ ਜਾਂ ਫਿਰ ਤੁਸੀਂ ਇੰਸਟਾਗ੍ਰam ਪੇਜ ਫੋਲੋ ਕਰ ਸਕਦੇ ਹੋ ਵਿਕਟਰਸ ਨੌਲੇਜ ਦਾ ਉੱਥੇ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਦਿਓ ਮੈਂ ਤੁਹਾਨੂੰ PDF ਸੈਂਡ ਕਰ ਦੂੰਗੀ। ਤੇ ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਇਹ ਹੈ ਕਿ ਮੈਂ ਐਂਸ਼ੀਅੰਟ ਤੋਂ ਲੈ ਕੇ 1947 ਇੰਡੀਪੈਂਡੈਂਸ ਐਕਟ ਤੱਕ ਇੱਕ ਛੋਟੀ ਚੀਜ਼ ਬਰੀਕੀ ਦੇ ਨਾਲ ਐਡ ਕੀਤੀ ਹੋਈ ਹੈ ਤੇ ਨਾਲ ਹੀ ਜੋ ਸਾਊਥ ਇੰਡੀਆ ਦੀ ਹਿਸਟਰੀ ਹੈ ਜਿਵੇਂ ਹੁਣੀ ਰੀਸੈਂਟਲੀ ਪੰਜਾਬ PCS ਦਾ ਜਦੋਂ ਐਗਜ਼ਾਮ ਹੋਇਆ ਸੀ ਤਾਂ ਆਪਾਂ ਨੇ ਦੇਖਿਆ ਕਿ ਉਹਦੇ ਵਿੱਚ ਤਮਿਲ ਹਿਸਟਰੀ ਤੋਂ ਇੱਕ ਦੋ ਕੁਐਸਚਨ ਆਏ ਹੋਏ ਸੀ। ਸੋ ਮੈਂ ਇਹਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਕੋਈ ਟੈਂਪਲਸ ਨੇ ਕੋਈ ਵੀ ਰੂਲਰਸ ਨੇ ਹਰ ਕਿਸੇ ਬਾਰੇ ਡੀਟੇਲ ਦੇ ਵਿੱਚ ਡਿਸਕਸ਼ਨ ਕੀਤੀ ਹੋਈ ਹੈ ਤੇ ਕੋਈ ਵੀ ਚੀਜ਼ ਮਿਸ ਨਹੀਂ ਕੀਤੀ ਹੋਈ। ਸੋ ਤੁਸੀਂ ਦੇਖ ਸਕਦੇ ਹੋ ਇਹ ਸਿਰਫ ਇੱਕ ਗਲਿੰਪਸ ਹੈ ਮੇਰੇ ਨੋਟਸ ਦਾ। ਸੋ ਜਿਵੇਂ ਰਿਵੋਲਟ ਆਫ 1857 ਸੋ ਐਂਸ਼ੀਅੰਟ ਮਿਡੀਵਲ ਮਾਡਰਨ ਹਿਸਟਰੀ ਸੂਫੀ ਮੂਵਮੈਂਟਸ ਭਗਤੀ ਮੂਵਮੈਂਟ ਰਿਲੀਜੀਅਸ ਮੂਵਮੈਂਟ ਹਰ ਚੀਜ਼ ਤੁਹਾਨੂੰ ਇਸ ਨੋਟਸ ਦੇ ਵਿੱਚ ਮਿਲ ਜੂਗੀ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਮੈਂ ਸਪੈਸ਼ਲੀ ਤੁਹਾਡੇ ਲਈ ਚੀਜ਼ਾਂ ਨੂੰ ਆਸਾਨ ਕਰਨ ਦੇ ਲਈ ਤੁਹਾਨੂੰ ਬਹੁਤ ਸਿੰਪਲ ਤਰੀਕੇ ਦੇ ਨਾਲ ਇਸ ਟੌਪਿਕ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ। ਸੋ ਸਭ ਤੋਂ ਪਹਿਲਾਂ ਹੁਣ ਆਪਾਂ ਨੂੰ ਪਤਾ ਹੈ ਕਿ ਆਪਣੇ ਟੌਪਿਕ ਦਾ ਨਾਮ ਹੈ ਸੈਂਟਰ ਤੇ ਸਟੇਟ ਲੈਜਿਸਲੇਚਰ। ਸੋ ਤੁਸੀਂ ਕੁਝ ਸਮੇਂ ਦੇ ਲਈ ਸਟੇਟ ਲੈਜਿਸਲੇਚਰ ਨੂੰ ਭੁੱਲ ਕੇ ਸਿਰਫ ਸੈਂਟਰਲ ਲੈਜਿਸਲੇਚਰ ਬਾਰੇ ਧਿਆਨ ਦੇਣਾ। ਸੋ ਪਹਿਲਾਂ ਆਪਾਂ ਸੈਂਟਰਲ ਲੈਜਿਸਲੇਚਰ ਬਾਰੇ ਗੱਲ ਕਰਾਂਗੇ। ਜਿਹੜਾ ਆਪਣਾ ਸੰਵਿਧਾਨ ਹੈ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਪਾਰਟ 5 ਵਿੱਚ ਚੈਪਟਰ 2 ਯੂਨੀਅਨ ਹੈਡ ਦੇ ਅੰਦਰ ਸੈਂਟਰਲ ਲੈਜਿਸਲੇਚਰ ਦੀ ਗੱਲ ਕੀਤੀ ਹੋਈ ਹੈ ਤੇ ਉਹਦੇ ਵਿੱਚ ਜਿਹੜਾ ਵਰਡ ਹੈ ਹੈਡਿੰਗ ਹੈ ਉਹ ਸੈਂਟਰਲ ਲੈਜਿਸਲੇਚਰ ਯੂਜ਼ ਨਹੀਂ ਕੀਤਾ ਉੱਥੇ ਲਿਖਿਆ ਹੋਇਆ ਪਾਰਲੀਮੈਂਟ। ਸੋ ਪਾਰਲੀਮੈਂਟ ਬਾਰੇ ਆਪਾਂ ਪੜਾਂਗੇ ਜਦੋਂ ਆਪਾਂ ਸੈਂਟਰਲ ਲੈਜਿਸਲੇਚਰ ਟੌਪਿਕ ਦੀ ਗੱਲ ਕਰਦੇ ਹਾਂ। ਸੋ ਪਹਿਲਾ ਹੀ ਇੰਪੋਰਟੈਂਟ ਕੁਐਸਚਨ ਉਰੋਂ ਬਣ ਜਾਂਦਾ ਆਪਣਾ ਵੀ ਕਨਸਟੀਟਿਊਸ਼ਨ ਦੇ ਕਿਹੜੇ ਪਾਰਟ ਦੇ ਵਿੱਚ ਸੈਂਟਰਲ ਲੈਜਿਸਲੇਚਰ ਦੀ ਗੱਲ ਕੀਤੀ ਹੈ। ਤੇ ਦੂਜੇ ਨੰਬਰ ਤੇ ਹਰ ਪੇਪਰ 'ਚ ਆਪਾਂ ਦੇਖਦੇ ਹਾਂ ਵੀ ਤੁਹਾਨੂੰ ਇੱਕ ਜਾਂ ਦੋ ਕੁਐਸਚਨ ਪੋਲਿਟੀ 'ਚੋਂ ਆਰਟੀਕਲਸ ਬਾਰੇ ਪੁੱਛੇ ਹੁੰਦੇ ਨੇ ਤੇ ਜਿਹੜੇ ਵੀ ਆਰਟੀਕਲ ਨੇ ਮੋਸਟਲੀ these are related to speaker deputy speaker ਉਹਨਾਂ ਦੀ ਡਿਸਕੁਆਲੀਫਿਕੇਸ਼ਨ ਜਾਂ ਫਿਰ ਜਿਹੜੇ ਬਿੱਲ ਨੇ ਫਾਈਨੈਂਸ਼ੀਅਲ ਬਿੱਲ ਮਨੀ ਬਿੱਲ ਉਹਨਾਂ ਬਾਰੇ। ਸੋ ਆਪਾਂ ਨੇ ਕੋਈ ਵੀ ਆਰਟੀਕਲ ਮਿਸ ਨਹੀਂ ਕਰਨਾ ਜਿੰਨੇ ਆਰਟੀਕਲਸ ਨੇ ਚਾਹੇ ਮੈਂ ਤੁਹਾਨੂੰ ਉਹਨਾਂ ਸਿਰਫ ਹੈਡਿੰਗ ਪ੍ਰੋਵਾਈਡ ਕਰਵਾਵਾਂ ਤੁਸੀਂ ਉਹ ਹੈਡਿੰਗ ਪੜ੍ਹ ਕੇ ਚਲੇ ਜਾਓ ਤੁਹਾਡਾ ਉੱਥੇ ਆਰਟੀਕਲ ਵਾਲਾ ਜਿਹੜਾ ਇੱਕ ਕੁਐਸਚਨ ਹੈ ਉਹ ਤਿਆਰ ਹੋ ਜਾਊਗਾ। ਸੋ ਮੈਂ ਤੁਹਾਨੂੰ ਇਸ ਲੈਕਚਰ ਦੇ ਵਿੱਚ ਜਿਹੜੇ ਵੀ ਆਰਟੀਕਲਸ ਦੀ ਇੰਪੋਰਟੈਂਟ ਪੂਰੀ ਡਿਸਕਸ਼ਨ ਦੀ ਲੋੜ ਹੈ ਉਹਨਾਂ ਦੀ ਪੂਰੀ ਥਿਊਰੀ ਪ੍ਰੋਵਾਈਡ ਕੀਤੀ ਹੈ ਜਿਨ੍ਹਾਂ ਦੀ ਸਿਰਫ ਤੁਹਾਨੂੰ ਹੈਡਿੰਗ ਜਾਣਨ ਦੀ ਲੋੜ ਹੈ ਵੀ ਇਹ ਆਰਟੀਕਲ ਕਿਸ ਚੀਜ਼ ਨਾਲ ਡੀਲ ਕਰਦਾ ਹੈ ਉੱਥੇ ਮੈਂ ਤੁਹਾਨੂੰ ਸਿਰਫ 1 ਲਾਈਨਰ ਦੇ ਵਿੱਚ ਹੈਡਿੰਗ ਦਿੱਤੀ ਹੈ। ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਕਿਹੜੇ-ਕਿਹੜੇ ਆਰਟੀਕਲਸ ਨੇ ਜਿਹੜੇ ਕਿ ਪਾਰਲੀਮੈਂਟ ਸੈਂਟਰਲ ਲੈਜਿਸਲੇਚਰ ਦੀ ਗੱਲ ਕਰਦੇ ਨੇ। ਸੋ ਆਰਟੀਕਲ 79 to 122 ਸੋ ਇਹ ਆਰਟੀਕਲਸ ਨੇ ਜਿਹੜੇ ਪਾਰਲੀਮੈਂਟ ਦੀ ਸੈਂਟਰ ਲੈਵਲ ਦੀ ਜਿਹੜੀ ਆਪਣੀ ਸਰਕਾਰ ਹੈ ਉਹਦੀ ਗੱਲ ਕਰਦੇ ਨੇ। ਸੋ ਹੁਣ ਆਪਾਂ ਇਹਨਾਂ ਨੂੰ ਅੱਡ-ਅੱਡ ਹੈਡਸ 'ਚ ਪੜ੍ਹ ਲੈਂਦੇ ਹਾਂ। ਮੈਂ ਇਹ ਹੈਡਸ ਦੇ ਚਾਰਟ ਇਸ ਲਈ ਬਣਾਏ ਨੇ ਤਾਂ ਕਿ ਜਦੋਂ ਤੁਸੀਂ ਨੋਟਸ ਦੇ ਵਿੱਚੋਂ ਰਿਵਾਈਜ਼ ਕਰੋ ਤੁਹਾਨੂੰ ਸੌਖਾ ਹੋ ਜਾਵੇ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਜੇ ਮੈਂ ਚੇਅਰਮੈਨ ਦੀ ਗੱਲ ਕਰਨੀ ਹੈ ਤਾਂ ਮੈਂ ਆਫੀਸਰਸ ਦੇ ਆਰਟੀਕਲ ਪੜ੍ਹਨੇ ਨੇ ਜੇ ਮੈਂ ਕੰਡਕਟ ਆਫ ਬਿਜ਼ਨਸ ਦੀ ਗੱਲ ਕਰਨੀ ਹੈ ਤਾਂ ਮੈਂ ਉਰੇ ਜਾਣਾ। ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜਨਰਲ ਪ੍ਰੋਵੀਜ਼ਨ ਬੇਸਿਕ ਪਾਰਲੀਮੈਂਟ ਬਾਰੇ ਕਿੱਥੇ ਲਿਖਿਆ ਹੋਇਆ ਹੈ ਵੀ ਪਾਰਲੀਮੈਂਟ 'ਚ ਰਾਜ ਸਭਾ ਆਉਂਦੀ ਹੈ ਲੋਕ ਸਭਾ ਆਉਂਦੀ ਹੈ
ਇਹ ਲਿਖਿਆ ਹੋਇਆ ਆਰਟੀਕਲ 79 to 88। ਫਿਰ ਆਫੀਸਰਸ ਦੀ ਗੱਲ ਕੀਤੀ ਹੈ 89 to 98। ਫਿਰ ਕੰਡਕਟ ਆਫ ਬਿਜ਼ਨਸ ਕਿ ਕਿਵੇਂ ਸਾਰਾ ਉਹਦਾ ਕੰਮ ਚੱਲਦਾ ਹੈ 99 ਤੇ 100। ਇਹ ਦੋ ਆਰਟੀਕਲਸ ਦੇ ਵਿੱਚ ਪੂਰਾ ਬਿਜ਼ਨਸ ਦੱਸਿਆ ਹੋਇਆ ਹੈ। ਦੈਨ ਡਿਸਕੁਆਲੀਫਿਕੇਸ਼ਨ ਕਿ ਜੇ ਕੋਈ ਮੈਂਬਰ ਨਹੀਂ ਕੋਈ ਰਿਕੁਆਇਰਮੈਂਟ ਪੂਰੀ ਕਰ ਰਿਹਾ, ਕੁਆਲੀਫਿਕੇਸ਼ਨ ਪੂਰੀ ਨਹੀਂ ਕਰ ਰਿਹਾ ਐਜ਼ ਪਾਰਟ ਆਫ ਰਾਜ ਸਭਾ ਜਾਂ ਲੋਕ ਸਭਾ ਦਾ ਮੈਂਬਰ, ਤਾਂ ਉਹਨੂੰ ਕਿਹੜੇ-ਕਿਹੜੇ ਫੈਕਟਰਸ ਦੇ ਅੰਦਰ ਕੱਢਿਆ ਜਾਊਗਾ, ਡਿਸਕੁਆਲੀਫਾਈ ਕੀਤਾ ਜਾਊ। ਇਹ ਲਿਖਿਆ ਹੋਇਆ 101 ਤੋਂ 104। ਫਿਰ ਪਾਵਰ ਪ੍ਰਿਵਿਲੇਜ ਕੁਝ ਸਪੈਸ਼ਲ ਰਾਈਟਸ ਦਿੱਤੇ ਜਾਂਦੇ ਨੇ ਜਦੋਂ ਕੋਈ ਬੰਦਾ ਪਾਰਲੀਮੈਂਟ ਦਾ ਮੈਂਬਰ ਬਣਦਾ ਹੈ, ਚਾਹੇ ਅਪਰ ਹਾਊਸ ਚਾਹੇ ਲੋਅਰ ਹਾਊਸ, ਤਾਂ ਉਹ ਲਿਖਿਆ ਹੋਇਆ 105 ਤੋਂ 106। ਫਿਰ ਲੈਜਿਸਲੇਟਿਵ ਪ੍ਰੋਸੀਜਰ ਕਿਵੇਂ ਦਾ ਹੈ, ਉਹ 107 ਤੋਂ 111। ਫਿਰ ਫਾਈਨੈਂਸ਼ੀਅਲ ਮੈਟਰ ਬਜਟ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਮੋਸਟ ਇੰਪੋਰਟੈਂਟ ਆਰਟੀਕਲ 112। 4-5 ਵਾਰੀਆਂ ਤੁਸੀਂ ਕਹਿ ਸਕਦੇ ਹੋ ਕਿ ਸੈਂਟਰ ਲੈਵਲ ਦੇ ਪੇਪਰਾਂ 'ਚ ਤਾਂ ਇਹ ਸਭ ਤੋਂ ਫੇਵਰਿਟ ਕੁਐਸਚਨ ਹੈ ਐਗਜ਼ਾਮੀਨਰ ਦਾ ਕਿ ਆਰਟੀਕਲ 112 ਦੇ ਵਿੱਚ ਕੀ ਦਿੱਤਾ ਹੋਇਆ, ਜਾਂ ਫਿਰ ਆ ਜਾਂਦਾ ਹੈ ਕਿ ਬਜਟ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਿਸ ਆਰਟੀਕਲ ਦੇ ਵਿੱਚ ਹੈ। ਸੋ ਇਹ ਹੈ 112। ਫਿਰ 117 ਤੱਕ। ਉਸ ਤੋਂ ਬਾਅਦ ਜਿਹੜਾ ਨਾਰਮਲ ਸਾਰਾ ਪ੍ਰੋਸੀਜਰ ਹੈ ਉਹ ਚੱਲਦਾ 118 ਤੋਂ 122। ਸੋ ਆਪਾਂ ਨੇ ਦੇਖ ਲਿਆ ਕਿ 79 to 122 ਗੱਲ ਕਰਦੀ ਹੈ ਸੈਂਟਰਲ ਲੈਜਿਸਲੇਚਰ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਚੀਜ਼ ਨੂੰ ਰੱਟ ਲਓ ਵੀ ਕਿਹੜੇ ਤੋਂ ਕਿਹੜਾ ਆਰਟੀਕਲ ਗੱਲ ਕਰਦਾ ਸੈਂਟਰਲ ਲੈਜਿਸਲੇਚਰ ਬਾਰੇ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਵੀ ਪਾਰਲੀਮੈਂਟ ਤੇ ਸੈਂਟਰਲ ਲੈਜਿਸਲੇਚਰ ਦੋਨੋਂ ਇੱਕ ਚੀਜ਼ ਹੈ ਕਿ ਸੈਂਟਰਲ ਲੈਜਿਸਲੇਚਰ ਨੂੰ ਹੀ ਸੰਵਿਧਾਨ ਕਨਸਟੀਟਿਊਸ਼ਨ ਦੇ ਅੰਦਰ ਆਪਾਂ ਪਾਰਲੀਮੈਂਟ ਬੋਲਦੇ ਹਾਂ। ਸੋ ਸਭ ਤੋਂ ਪਹਿਲਾਂ ਪਾਰਲੀਮੈਂਟ ਦੀ ਗੱਲ ਕਿੱਥੇ ਕੀਤੀ ਗਈ ਹੈ? ਸੋ ਆਰਟੀਕਲ 79 ਜਿਹੜਾ ਸ਼ੁਰੂਆਤ ਹੀ ਹੈ ਸੈਂਟਰਲ ਲੈਜਿਸਲੇਚਰ ਦਾ, ਉੱਥੇ ਆਪਾਂ ਨੂੰ ਕਹਿਤਾ ਉਹਨਾਂ ਨੇ ਵੀ ਪਾਰਲੀਮੈਂਟ ਕੰਸਿਸਟ ਆਫ, ਮਤਲਬ ਪਾਰਲੀਮੈਂਟ ਦੇ ਵਿੱਚ ਕੌਣ-ਕੌਣ ਹੈ। ਤੇ ਇਹ ਕੁਐਸਚਨ ਤੁਸੀਂ ਚਾਹੇ IAS ਦਾ ਪੇਪਰ ਚੱਕ ਕੇ ਦੇਖ ਲਓ, UPSC ਦਾ, ਹਰ 1 ਸਾਲ ਬਾਅਦ ਇਹ ਕੁਐਸਚਨ ਪੁੱਛਿਆ ਜਾਂਦਾ ਹੈ। ਤੇ ਇਹ ਕੁਐਸਚਨ ਮੈਕਸਿਮਮ ਸਟੂਡੈਂਟ ਗਲਤ ਕਰਦੇ ਨੇ। ਕਿਉਂ? ਕਿਉਂਕਿ ਜਦੋਂ ਆਪਾਂ ਪਾਰਲੀਮੈਂਟ ਸੁਣਦੇ ਆ ਆਪਣੇ ਦਿਮਾਗ ਵਿੱਚ ਸਿਰਫ ਰਾਜ ਸਭਾ ਤੇ ਲੋਕ ਸਭਾ ਆਉਂਦੀ ਹੈ, ਆਪਾਂ ਪ੍ਰੈਜ਼ੀਡੈਂਟ ਨੂੰ ਭੁੱਲ ਜਾਂਦੇ ਆ। ਸੋ ਆਰਟੀਕਲ 79 ਦੇ ਅੰਦਰ ਲਿਖਿਆ ਹੋਇਆ ਹੈ ਵੀ ਪਾਰਲੀਮੈਂਟ ਦੇ ਵਿੱਚ 3 ਚੀਜ਼ਾਂ ਆਉਂਦੀਆਂ ਨੇ, ਪ੍ਰੈਜ਼ੀਡੈਂਟ ਆਉਂਦਾ, ਫਿਰ ਕਾਉਂਸਲ ਆਫ ਸਟੇਟ, ਫਿਰ ਹਾਊਸ ਆਫ ਪੀਪਲ। ਨੰਬਰ 1 ਤੇ ਜਿਹਨੂੰ ਆਪਾਂ ਨੇ ਨਹੀਂ ਭੁੱਲਣਾ ਪੇਪਰ 'ਚ ਉਹ ਹੈ ਪ੍ਰੈਜ਼ੀਡੈਂਟ। ਸੋ ਪਾਰਲੀਮੈਂਟ ਕੰਸਿਸਟ ਆਫ ਪ੍ਰੈਜ਼ੀਡੈਂਟ, ਕਾਉਂਸਲ ਆਫ ਸਟੇਟ, ਹਾਊਸ ਆਫ ਪੀਪਲ। ਤੇ ਉਰੇ ਹੀ ਨਾਲ ਦੇ ਨਾਲ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਕਾਉਂਸਲ ਆਫ ਸਟੇਟ ਕਿਹਾ ਜਾਂਦਾ ਹੈ ਰਾਜ ਸਭਾ ਨੂੰ, ਹਾਊਸ ਆਫ ਪੀਪਲ ਕਿਹਾ ਜਾਂਦਾ ਹੈ ਲੋਕ ਸਭਾ ਨੂੰ। ਤੇ ਇਹਨਾਂ ਦਾ ਇੱਕ ਹੋਰ ਨਾਮ ਹੈ, ਰਾਜ ਸਭਾ ਨੂੰ ਆਪਾਂ ਅਪਰ ਹਾਊਸ ਵੀ ਕਹਿੰਦੇ ਆ ਤੇ ਲੋਕ ਸਭਾ ਨੂੰ ਆਪਾਂ ਲੋਅਰ ਹਾਊਸ। ਸੋ ਤੁਸੀਂ ਇਹਨਾਂ ਦੇ 3 ਨਾਮ ਯਾਦ ਕਰ ਲਓ। ਫਿਰ ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਕੌਣ-ਕੌਣ ਹੈ, ਇਹਦੇ ਬਾਰੇ ਆਪਾਂ ਨੂੰ ਆਰਟੀਕਲ 80 ਚ ਕਿਹਾ। ਸੋ ਆਰਟੀਕਲ 80 ਕਹਿੰਦਾ ਵੀ ਰਾਜ ਸਭਾ ਦੇ ਵਿੱਚ 12 ਮੈਂਬਰ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤੇ ਹੋਣਗੇ। 238 ਤੋਂ ਕਹਿੰਦੇ ਜ਼ਿਆਦਾ ਨਹੀਂ ਹੋ ਸਕਦੇ ਸਟੇਟਸ ਤੇ UT ਦੋਨਾਂ ਚੋਂ ਮਿਲਾ ਕੇ। ਸੋ 12 238 ਤੇ ਉਸ ਤੋਂ ਬਾਅਦ ਕਹਿੰਦੇ ਜਿਹੜੀਆਂ ਕਾਉਂਸਲ ਆਫ ਸਟੇਟਸ ਦੀਆਂ ਐਲੋਕੇਸ਼ਨ ਹੈ ਸੀਟਸ ਦੀਆਂ, ਇਹ ਜਿਹੜਾ ਚੌਥਾ ਸ਼ਡਿਊਲ ਹੈ ਸੰਵਿਧਾਨ ਦਾ ਉਹਦੇ ਅਨੁਸਾਰ ਐਲੋਕੇਟ ਕੀਤੀਆਂ ਜਾਣਗੀਆਂ। ਸੋ ਇਹ ਆਪਾਂ ਨੇ ਯਾਦ ਰੱਖਣਾ। ਉਸ ਤੋਂ ਬਾਅਦ ਕਹਿੰਦਾ ਜਿਹੜੇ ਬੰਦੇ ਪ੍ਰੈਜ਼ੀਡੈਂਟ ਨੋਮੀਨੇਟ ਕਰ ਰਿਹਾ 12, ਉਹ ਕਿਵੇਂ ਦੇ ਹੋਣੇ ਚਾਹੀਦੇ, ਉਹ ਕਿਹੜੇ-ਕਿਹੜੇ ਸੈਕਟਰਾਂ ਦੀ ਨੌਲੇਜ ਵਾਲੇ ਹੋਣੇ ਚਾਹੀਦੇ ਨੇ। ਸੋ ਉਹ ਬੰਦਿਆਂ ਨੂੰ ਸਪੈਸ਼ਲ ਨੌਲੇਜ ਜਾਂ ਪ੍ਰੈਕਟੀਕਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਤੇ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ। ਪੇਪਰ ਦੇ ਵਿੱਚ ਮੈਂ ਦੇਖਿਆ ਆਪਾਂ ਨੂੰ 3 ਆਪਸ਼ਨਾਂ ਦੇ ਕੇ ਚੌਥੀ ਪੁੱਛੀ ਜਾਂਦੀ ਹੈ ਵੀ ਚੌਥਾ ਕਿਹੜਾ ਏਰੀਆ ਹੈ। ਸੋ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ ਵੀ 4 ਏਰੀਆ ਜਿੱਥੋਂ 12 ਬੰਦੇ ਪ੍ਰੈਜ਼ੀਡੈਂਟ ਚੱਕ ਕੇ ਰਾਜ ਸਭਾ ਦਾ ਮੈਂਬਰ ਬਣਾਉਂਦਾ, ਉਹ ਹੈ ਲਿਟਰੇਚਰ, ਸਾਇੰਸ, ਆਰਟ, ਸੋਸ਼ਲ ਸਰਵਿਸ। ਸੋਸ਼ਲ ਸਰਵਿਸ ਆਪਾਂ ਨੇ ਨਹੀਂ ਭੁੱਲਣਾ ਕਿਉਂਕਿ ਪੇਪਰ 'ਚ ਆਪਾਂ ਨੂੰ ਆਪਸ਼ਨ ਬਹੁਤ ਵਾਰੀ ਦਿੱਤੀ ਜਾਂਦੀ ਹੈ ਸੋਸ਼ਲ ਸਾਇੰਸ। ਸੋ ਸੋਸ਼ਲ ਸਾਇੰਸ ਗਲਤ ਆਪਸ਼ਨ ਹੈ, ਆਪਾਂ ਨੇ ਸੋਸ਼ਲ ਸਰਵਿਸ ਨੂੰ ਉੱਥੇ ਟਿਕ ਕਰਕੇ ਆਉਣਾ ਹੈ। ਸੋ ਪੇਪਰ 'ਚ ਬਿਲਕੁਲ ਕਾਹਲੀ ਨਹੀਂ ਕਰਨੀ, ਤੁਸੀਂ ਸਾਰਾ ਕੁਝ ਪੜ੍ਹਿਆ ਹੁੰਦਾ ਪਰ ਕਾਹਲੀ ਦੇ ਚੱਕਰ ਵਿੱਚ ਆਪਾਂ ਕਈ ਵਾਰੀ ਕੱਲਾ ਸੋਸ਼ਲ ਪੜ੍ਹ ਕੇ ਉਹਨੂੰ ਸੋਸ਼ਲ ਸਾਇੰਸ ਨੂੰ ਟਿਕ ਕਰ ਆਉਂਦੇ ਹਾਂ। ਸੋ ਏਦਾਂ ਦੀਆਂ ਗਲਤੀਆਂ ਦਾ ਆਪਾਂ ਰਿਸਕ ਨਹੀਂ ਲੈ ਸਕਦੇ। ਦੈਨ ਜਿਹੜੇ ਕਹਿੰਦੇ UT ਦੇ ਰੈਪ੍ਰੈਜ਼ੈਂਟੇਟਿਵ ਨੇ, ਉਹ ਵੀ ਪਾਰਲੀਮੈਂਟ ਦੇ ਵਿੱਚ ਜਿਹੜਾ ਲਾਅ ਬਣਾਇਆ ਹੋਇਆ ਉਹਦੇ ਅਨੁਸਾਰ ਹੀ ਆਪਾਂ ਚੂਜ਼ ਕਰਾਂਗੇ। ਫਿਰ ਆਉਂਦਾ 81, 80 ਦੇ ਵਿੱਚ ਤਾਂ ਰਾਜ ਸਭਾ ਦੀ ਗੱਲ ਹੋ ਗਈ। ਫਿਰ ਹੁਣ ਲੋਕ ਸਭਾ, ਇਹਦੇ ਬਾਰੇ ਦੱਸਿਆ ਹੋਇਆ 81 ਦੇ ਵਿੱਚ। ਕਹਿੰਦੇ ਜਿਹੜਾ ਹਾਊਸ ਆਫ ਪੀਪਲ ਹੈ ਆਪਣਾ ਲੋਅਰ ਹਾਊਸ ਹੈ, ਉਹਦੇ ਵਿੱਚ 530
530 ਇਦੋਂ ਜ਼ਿਆਦਾ ਬੰਦੇ ਨਹੀਂ ਹੋ ਸਕਦੇ ਸਟੇਟਸ ਚੋਂ ਤੇ 12 ਤੋਂ ਜ਼ਿਆਦਾ ਯੂਨੀਅਨ ਟੈਰੀਟਰੀਜ਼ ਚੋਂ ਨਹੀਂ ਹੋ ਸਕਦੇ। ਫਿਰ ਕਹਿੰਦੇ ਜਿਹੜੀਆਂ ਇਹ ਸੀਟਸ ਹੈ ਇਹ ਨੰਬਰ ਹੈ, ਜਦੋਂ ਵੀ ਕੋਈ ਨਵਾਂ ਸੈਂਸਸ ਪਾਸ ਹੁੰਦਾ ਹੈ ਉਦੋਂ ਬਾਅਦ ਇਹਨਾਂ ਨੂੰ ਆਪਾਂ ਰੀਐਡਜਸਟ ਕਰ ਦਿੰਦੇ ਹਾਂ, ਉੱਪਰ ਨੀਚੇ ਆਪਾਂ ਕਰ ਸਕਦੇ ਹਾਂ। ਸੋ ਸੈਂਸਸ ਪਾਸ ਹੋਣ ਤੋਂ ਬਾਅਦ ਹੀ ਰੀਐਡਜਸਟਮੈਂਟ ਹੁੰਦੀ ਹੈ ਤੇ ਇਹ ਦੱਸਿਆ ਹੋਇਆ ਆਰਟੀਕਲ 82 ਚ। ਫਿਰ ਆਉਂਦਾ 83, ਜਿਹੜੇ ਇਹ ਦੋਨੋਂ ਹਾਊਸ ਨੇ ਇਹਨਾਂ ਦਾ ਸਮਾਂ ਕਿੰਨਾ ਹੋ। ਜਿਹੜਾ ਤਾਂ ਆਪਣਾ ਅਪਰ ਹਾਊਸ ਹੈ, ਕਾਉਂਸਲ ਆਫ ਸਟੇਟ ਹੈ, ਉਹ ਕਦੇ ਵੀ ਡਿਸੋਲਵ ਨਹੀਂ ਹੁੰਦਾ, ਉਹ ਪਰਮਾਨੈਂਟ ਨੇਚਰ ਦਾ ਹੈ। ਪਹਿਲੀ ਇੰਪੋਰਟੈਂਟ ਚੀਜ਼ ਤੁਸੀਂ ਯਾਦ ਕਰਨੀ ਹੈ। ਤੇ ਜਿਹੜਾ ਹਾਊਸ ਆਫ ਪੀਪਲ ਹੈ, ਲੋਅਰ ਹਾਊਸ ਹੈ, ਲੋਕ ਸਭਾ ਹੈ, ਇਹ ਟੈਂਪਰੇਰੀ ਹੈ। ਟੈਂਪਰੇਰੀ ਮਤਲਬ 5 ਸਾਲਾਂ ਲਈ। ਸੋ ਜਿਹੜਾ ਹਾਊਸ ਆਫ ਪੀਪਲ ਹੈ ਇਹਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਨੇ ਉਹ 5 ਸਾਲ ਬਾਅਦ ਹੁੰਦੀਆਂ ਨੇ, ਤੇ ਜਿਹੜਾ ਆਪਣੇ ਕੋਲ ਰਾਜ ਸਭਾ ਹੈ ਹਰ 2 ਸਾਲ ਬਾਅਦ ਇਹਦੇ 1/3 1/3 ਇੰਨੇ ਬੰਦੇ ਆਪਾਂ ਚੇਂਜ ਕਰ ਦਿੰਦੇ ਆ, ਰਿਟਾਇਰ ਹੋ ਕੇ ਨਵੇਂ ਆ ਜਾਂਦੇ ਨੇ। ਸੋ ਆਪਾਂ ਨੇ ਯਾਦ ਰੱਖਣਾ ਹੈ ਕਿ ਕਾਉਂਸਲ ਆਫ ਸਟੇਟ ਪਰਮਾਨੈਂਟ ਹੈ, ਲੋਕ ਸਭਾ 5 ਸਾਲ ਲਈ ਹੈ। ਫਿਰ ਆਉਂਦੀ ਹੈ ਕੁਆਲੀਫਿਕੇਸ਼ਨ, ਜਿਹੜੇ ਬੰਦੇ ਆਪਾਂ ਚੂਜ਼ ਕਰਦੇ ਆ ਮੈਂਬਰ ਬਣਦੇ ਨੇ ਪਾਰਲੀਮੈਂਟ ਦੇ, ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਕਹਿੰਦੇ a person shall not be qualified to be chosen to fill a seat of parliament unless he, ਮੇਨ ਇੰਪੋਰਟੈਂਟ ਚੀਜ਼, ਇੰਡੀਆ ਦਾ ਨਾਗਰਿਕ ਹੋਣਾ ਚਾਹੀਦਾ ਹੈ, ਸਿਟੀਜ਼ਨ ਆਫ ਇੰਡੀਆ। ਨੰਬਰ 2, in the case of a seat of council of people, ਜੇ ਉਹਨੇ ਰਾਜ ਸਭਾ ਦੀ ਇਲੈਕਸ਼ਨ ਲੜਨੀ ਹੈ ਤਾਂ 30 ਸਾਲ ਤੋਂ ਛੋਟਾ ਨਾ ਹੋਵੇ, ਜੇ ਉਹਨੇ ਲੋਕ ਸਭਾ ਦੀ ਇਲੈਕਸ਼ਨ 'ਚ ਖੜਨਾ ਤਾਂ ਉਹ 25 ਤੋਂ ਛੋਟਾ ਨਾ ਹੋਵੇ। ਸੋ ਮਿਨੀਮਮ ਏਜ ਹੈ 30 ਤੇ 25, ਇਹ ਵੀ ਆਪਾਂ ਯਾਦ ਰੱਖਣੀ ਹੈ। ਬਾਕੀ ਕਹਿੰਦੇ ਹੋਰ ਜੋ ਵੀ ਕੁਆਲੀਫਿਕੇਸ਼ਨ ਪਾਰਲੀਮੈਂਟ ਟਾਈਮ ਟੂ ਟਾਈਮ ਬਾਈ ਲਾਅ ਪਾਸ ਕਰਦੀ ਹੈ ਉਹ ਸਾਰੀਆਂ ਕੁਆਲੀਫਿਕੇਸ਼ਨਸ ਵੀ ਪੂਰੀਆਂ ਕਰਨੀਆਂ ਪੈਣਗੀਆਂ। ਨੈਕਸਟ ਇਜ਼ ਆਰਟੀਕਲ 85। ਇਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਜਿਹੜੇ ਪਾਰਲੀਮੈਂਟ ਦੇ ਵੱਖ-ਵੱਖ ਸੈਸ਼ਨ ਹੁੰਦੇ ਨੇ, ਜਿਵੇਂ ਹੁਣ ਮੌਨਸੂਨ ਸੈਸ਼ਨ ਹੋਣਾ ਜੁਲਾਈ ਤੋਂ ਅਗਸਤ ਤੱਕ। ਸੋ ਕਹਿੰਦੇ ਜਿਹੜੇ ਇਹ ਸੈਸ਼ਨ ਨੇ ਇਹਨਾਂ ਨੂੰ ਸੰਮਨ ਕੌਣ ਕਰਦਾ, ਸ਼ੁਰੂ ਕੌਣ ਕਰਦਾ, ਇਹਨਾਂ ਬਾਰੇ ਕਹਿੰਦਾ ਕੌਣ ਹੈ। ਸੋ ਪ੍ਰੈਜ਼ੀਡੈਂਟ ਸੰਮਨ ਕਰਦਾ ਹੈ ਟਾਈਮ ਟੂ ਟਾਈਮ ਹਰ ਪਾਰਲੀਮੈਂਟ ਦਾ ਸੈਸ਼ਨ। ਤੇ ਕਹਿੰਦੇ ਬਹੁਤ ਇੱਕ ਇੰਪੋਰਟੈਂਟ ਉਰੇ ਕੁਐਸਚਨ ਨਿਕਲਦਾ ਹੈ ਵੀ ਇੱਕ ਸੈਸ਼ਨ ਤੇ ਦੂਜੇ ਸੈਸ਼ਨ ਦੇ ਵਿੱਚ ਘੱਟ ਤੋਂ ਘੱਟ ਕਿੰਨੇ ਸਮੇਂ ਦਾ ਆਪਾਂ ਪੀਰੀਅਡ ਰੱਖ ਸਕਦੇ ਹਾਂ, 6 ਮੰਥ ਦਾ। 6 ਮੰਥ ਤੋਂ ਜ਼ਿਆਦਾ ਦਾ ਸਮਾਂ ਨਹੀਂ ਨਿਕਲਣਾ ਚਾਹੀਦਾ ਇੱਕ ਸੈਸ਼ਨ ਤੇ ਦੂਜੇ ਸੈਸ਼ਨ ਦੇ ਵਿੱਚ। So 6 months shall not intervene between its lasting sitting in one session and date appointed for its first sitting in next session। ਨਾਲ ਹੀ ਪ੍ਰੈਜ਼ੀਡੈਂਟ ਦੇ ਕੋਲ, ਰਾਸ਼ਟਰਪਤੀ ਕੋਲ ਦੋ ਇੰਪੋਰਟੈਂਟ ਹੋਰ ਪਾਵਰ ਨੇ ਆਰਟੀਕਲ 85 ਦੇ ਅੰਦਰ। ਪਹਿਲਾ ਕਿ ਜਿਹੜਾ ਕੋਈ ਵੀ ਸੈਸ਼ਨ ਹੈ ਕਿਸੇ ਵੀ ਹਾਊਸ ਦਾ, ਚਾਹੇ ਰਾਜ ਸਭਾ ਦਾ ਚਾਹੇ ਲੋਕ ਸਭਾ ਦਾ, ਉਹਨੂੰ ਡਿਲੇ ਕਰ ਸਕਦਾ, ਥੋੜੇ ਟਾਈਮ ਦੇ ਲਈ ਅੱਗੇ ਪਿੱਛੇ ਕਰ ਸਕਦਾ ਰਾਸ਼ਟਰਪਤੀ। ਤੇ ਕਿਸੇ ਸੈਸ਼ਨ ਨੂੰ ਰੱਦ ਵੀ ਕਰ ਸਕਦਾ ਹੈ, ਤੇ ਉਹ ਰੱਦ ਸਿਰਫ ਔਰ ਸਿਰਫ ਲੋਕ ਸਭਾ ਦੇ ਸੈਸ਼ਨ ਨੂੰ ਕਰ ਸਕਦਾ ਹੈ। ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਪੜ੍ਹਨਾ ਹੈ। ਜਿਹੜੇ ਏਦਾਂ ਦੇ ਛੋਟੇ-ਛੋਟੇ ਸਬ ਕਲੌਜ਼ਸ ਨੇ ਪੋਲਿਟੀ ਦੇ ਵਿੱਚ, ਇਹੀ ਆਪਣੇ ਪੇਪਰ 'ਚ ਕੁਐਸਚਨ ਬਣਦੇ ਨੇ। ਆਪਾਂ ਕੀ ਕਰਦੇ ਹਾਂ, ਆਰਟੀਕਲ ਪੜ੍ਹ ਲੈਂਦੇ ਹਾਂ, ਮੇਨ ਉੱਪਰੋਂ ਦੇਖ ਲੈਂਦੇ ਹਾਂ। ਸੋ ਜਿਹੜੇ ਬਰੀਕੀ ਵਾਲੇ ਅੰਦਰਲੇ ਕਲੌਜ਼ਸ ਨੇ ਇਹਨਾਂ ਨੂੰ ਮਿਸ ਨਹੀਂ ਕਰਨਾ, ਕਿਉਂਕਿ ਪੇਪਰ 'ਚ ਇਹੀ ਪੁੱਛੇ ਜਾਂਦੇ ਨੇ। ਸੋ ਪ੍ਰੈਜ਼ੀਡੈਂਟ ਡਿਸੋਲਵ ਕਰ ਸਕਦਾ ਹੈ ਹਾਊਸ ਆਫ ਪੀਪਲ ਨੂੰ, ਤੇ ਉਹਦੇ ਰਾਜ ਸਭਾ ਨੂੰ ਕਿਉਂ ਨਹੀਂ ਕਰ ਸਕਦਾ, ਕਿਉਂਕਿ ਆਪਾਂ ਪੜ੍ਹ ਚੁੱਕੇ ਹਾਂ ਵੀ ਰਾਜ ਸਭਾ ਇੱਕ ਪਰਮਾਨੈਂਟ ਹਾਊਸ ਹੈ। ਫਿਰ ਆਰਟੀਕਲ 86 ਕਹਿੰਦਾ ਵੀ ਜੇ ਕਿਤੇ ਵੀ ਪ੍ਰੈਜ਼ੀਡੈਂਟ ਨੂੰ ਲੱਗੇ ਕਿ ਉਹਨੂੰ ਕਿਸੇ ਇਸ਼ੂ ਦੇ ਉੱਤੇ ਐਡਰੈਸ ਕਰਨਾ ਚਾਹੀਦਾ ਹੈ ਤਾਂ ਉਹ ਕਰ ਸਕਦਾ ਹੈ, ਜਾਂ ਉਹ ਕਿਸੇ ਹਾਊਸ ਨੂੰ ਆਪਣਾ ਕੋਈ ਮੈਸੇਜ ਪਹੁੰਚਾਉਣਾ ਚਾਹੇ। ਤੇ ਹੁਣ ਇੱਕ ਇੰਪੋਰਟੈਂਟ ਚੀਜ਼ ਆਉਂਦੀ ਹੈ ਸਪੈਸ਼ਲ ਐਡਰੈਸ। ਇਹ ਵੀ ਬਹੁਤ ਵਾਰੀ ਪੇਪਰ 'ਚ ਦੇਖਿਆ ਗਿਆ ਹੈ। ਕਹਿੰਦੇ ਜਦੋਂ ਵੀ ਕੋਈ ਸੈਸ਼ਨ ਸਟਾਰਟ ਹੁੰਦਾ ਜਾਂ ਕੋਈ ਨਵਾਂ ਜਿਹੜਾ ਹਾਊਸ ਹੈ ਉਹਦੀਆਂ ਇਲੈਕਸ਼ਨਸ ਹੋ ਕੇ ਹਟਦੀਆਂ ਨੇ, ਫਿਰ ਨਵਾਂ ਹਾਊਸ ਜਿਹੜਾ ਬਣਦਾ ਹੈ ਉਹਦੀ ਕਮੈਂਸਮੈਂਟ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ, ਤਾਂ ਜਿਹੜਾ ਪਹਿਲਾ ਸੈਸ਼ਨ ਹੈ ਉਹ ਹਰ ਵਾਰ ਪ੍ਰੈਜ਼ੀਡੈਂਟ ਹੀ ਕਮੈਂਸ ਕਰਦਾ ਹੈ ਤੇ ਪ੍ਰੈਜ਼ੀਡੈਂਟ ਐਡਰੈਸ ਕਰਦਾ ਉਹਦੇ ਵਿੱਚ ਦੋਨੋਂ ਹਾਊਸਿਸ ਨੂੰ। ਸੋ ਨੈਕਸਟ ਇਜ਼ ਆਰਟੀਕਲ 88। ਕਹਿੰਦੇ ਜਿਹੜਾ ਵੀ ਪਾਰਲੀਮੈਂਟ ਦੇ ਮੈਂਬਰ ਤੋਂ ਇਲਾਵਾ ਕੋਈ ਹੋਰ ਮਿਨਿਸਟਰ ਹੈ, ਅਟਾਰਨੀ ਜਨਰਲ ਇੰਡੀਆ ਦਾ, ਉਹਨਾਂ ਦੇ ਕੋਲ ਪੂਰਾ ਰਾਈਟ ਹੈ ਵੀ ਉਹ ਕਿਸੇ ਵੀ ਪਾਰਲੀਮੈਂਟ ਦੀ ਦੋਨੋਂ ਹਾਊਸ ਦੀ ਪ੍ਰੋਸੀਡਿੰਗ 'ਚ ਬੋਲ ਸਕਦੇ ਨੇ। ਉਹਨਾਂ ਕੋਲ ਜੁਆਇੰਟ ਸਿਟਿੰਗ 'ਚ ਬੈਠਣ ਦਾ ਹੱਕ ਹੈ, ਤੇ ਨਾਲ ਹੀ ਕੋਈ ਵੀ ਜੇ ਪਾਰਲੀਮੈਂਟਰੀ ਕਮੇਟੀ ਹੈ ਤਾਂ ਉਹਦਾ ਵੀ ਇੱਕ ਪਾਰਟ ਬਣ ਸਕਦੇ ਨੇ, ਮੈਂਬਰ ਬਣਨ ਦੇ ਲਈ ਆਪਣਾ ਨਾਮ ਦੇ ਸਕਦੇ ਨੇ। ਪਰ ਇੱਕ ਇੰਪੋਰਟੈਂਟ ਚੀਜ਼ ਹੈ ਜਿਹੜੀ ਉਹ ਇਹ ਹੈ ਵੀ ਉਹਨਾਂ ਦੇ ਕੋਲ ਕੋਈ ਵੋਟਿੰਗ ਰਾਈਟ ਨਹੀਂ ਹੈ, ਤੇ ਇਹੀ ਇੰਪੋਰਟੈਂਟ ਕੁਐਸਚਨ ਬਣਦਾ ਹੈ ਆਰਟੀਕਲ 88 ਦਾ। ਫਿਰ ਆਉਂਦੇ ਨੇ ਆਫੀਸਰਸ।
ਚੇਅਰਮੈਨ ਤੇ ਡੈਪਟੀ ਚੇਅਰਮੈਨ ਤੇ ਜਿਹੜਾ ਹੁਣ ਮੈਂ ਤੁਹਾਨੂੰ ਪੁਆਇੰਟ ਕਰਾਉਣ ਜਾ ਰਹੀ ਹਾਂ ਇਹ ਸਾਰੇ ਦੇ ਸਾਰੇ ਐਗਜ਼ਾਮੀਨਰਸ ਦਾ ਇਸ ਲੈਜਿਸਲੇਚਰ ਵਾਲੇ ਟੌਪਿਕ ਚੋਂ ਦੀ ਮੋਸਟ ਫੇਵਰਿਟ ਕੁਐਸਚਨ ਹੈ that who is ex officio chairman of council of state? The person is vice president of India. ਸੋ ਜਿਹੜਾ ਵੀ ਰਾਜ ਸਭਾ ਦਾ ਚੇਅਰਮੈਨ ਹੋਊਗਾ ਉਹ ਕੌਣ ਹੋਊ? ਜੋ ਵੀ ਆਪਣੇ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਹੋਊਗਾ ਉਹੀ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਕਰਕੇ ਐਕਸ ਅਫੀਸ਼ੀਓ ਦਾ ਮਤਲਬ ਹੈ ਕਿ ਆਪਣੇ ਉਸ ਆਫਿਸ ਕਰਕੇ ਆਟੋਮੈਟਿਕਲੀ ਉਹ ਰਾਜ ਸਭਾ ਦਾ ਚੇਅਰਮੈਨ ਬਣ ਜਾਂਦਾ ਹੈ ਤੇ ਰਾਜ ਸਭਾ ਦਾ ਜਿਹੜਾ ਡਿਪਟੀ ਚੇਅਰਮੈਨ ਹੈ ਉਹ ਮੈਂਬਰਸ ਦੇ ਵਿੱਚੋਂ ਕਿਸੇ ਨੂੰ ਵੀ ਚੂਜ਼ ਕਰ ਸਕਦੇ ਆ। ਫਿਰ ਕਹਿੰਦੇ ਆਰਟੀਕਲ 90 ਵਿੱਚ ਦੱਸਿਆ ਹੋਇਆ ਹੈ ਕਿ ਡਿਪਟੀ ਚੇਅਰਮੈਨ ਦੀ ਜਿਹੜੀ ਪੋਜੀਸ਼ਨ ਹੈ ਉਹਨੂੰ ਕਿਵੇਂ ਵੇਕੇਟ ਕਰਨਾ ਹੈ, ਰੈਜ਼ਿਗਨੇਸ਼ਨ। ਫਿਰ ਉਸ ਤੋਂ ਬਾਅਦ ਆਉਂਦੀਆਂ ਨੇ ਪਾਵਰਸ ਡਿਪਟੀ ਚੇਅਰਮੈਨ ਦੀਆਂ। ਦੈਨ ਚੇਅਰਮੈਨ ਜਾਂ ਡਿਪਟੀ ਚੇਅਰਮੈਨ ਜਦੋਂ ਵੀ ਕਹਿੰਦੇ ਇਹਨਾਂ ਨੂੰ ਕੱਢਣ ਦਾ, ਇਹਨਾਂ ਦੀ ਕੋਈ ਰੈਜ਼ਿਗਨੇਸ਼ਨ ਦਾ, ਰਿਮੂਵਲ ਦਾ ਰੈਜ਼ੋਲੂਸ਼ਨ ਚੱਲ ਰਿਹਾ ਹੋਵੇ, ਪ੍ਰੋਸੀਜਰ ਚੱਲ ਰਿਹਾ ਹੋਵੇ ਤਾਂ ਉਸ ਸਮੇਂ ਦੇ ਵਿੱਚ ਇਹਨਾਂ ਦੇ ਕੋਲ ਕਿਸੇ ਵੀ ਪ੍ਰੋਸੀਡਿੰਗ ਦੇ ਵਿੱਚ ਵੋਟਿੰਗ ਰਾਈਟ ਨਹੀਂ ਹੁੰਦਾ। ਇਹ ਇੰਪੋਰਟੈਂਟ ਚੀਜ਼ ਆ ਆਰਟੀਕਲ 92 ਦੀ। ਫਿਰ ਆਰਟੀਕਲ 93 ਸਪੀਕਰ ਤੇ ਡਿਪਟੀ ਸਪੀਕਰ ਲੋਕ ਸਭਾ ਦਾ। ਸੋ ਹੁਣ ਤੁਸੀਂ ਉਰੋਂ ਇੱਕ ਇੰਪੋਰਟੈਂਟ ਚੀਜ਼ ਦਿਮਾਗ 'ਚ ਬਿਠਾ ਲਓ ਵੀ ਜਿਹੜੇ ਆਫਿਸਰ ਰਾਜ ਸਭਾ ਦੇ ਨੇ ਉਹਨਾਂ ਨੂੰ ਆਪਾਂ ਚੇਅਰਮੈਨ ਤੇ ਡਿਪਟੀ ਚੇਅਰਮੈਨ ਬੋਲਦੇ ਆ, ਜਿਹੜੇ ਆਫਿਸਰ ਲੋਕ ਸਭਾ ਦੇ ਨੇ ਉਹਨਾਂ ਨੂੰ ਆਪਾਂ ਸਪੀਕਰ ਤੇ ਡਿਪਟੀ ਸਪੀਕਰ ਬੋਲਦੇ ਆ। ਫਿਰ ਕਹਿੰਦੇ ਜਿਹੜਾ ਹਾਊਸ ਆਫ ਪੀਪਲ ਹੈ, ਲੋਕ ਸਭਾ ਹੈ, ਉਹ ਜਦੋਂ ਵੀ ਬਣ ਗਈ ਤਾਂ ਉਹਨੇ ਜਲਦੀ ਤੋਂ ਜਲਦੀ ਕੋਈ ਵੀ ਆਪਣੇ 2 ਮੈਂਬਰਸ ਨੂੰ ਸਪੀਕਰ ਤੇ ਡਿਪਟੀ ਸਪੀਕਰ ਚੂਜ਼ ਕਰ ਲੈਣਾ। ਤੇ ਰੀਸੈਂਟਲੀ ਇੱਕ ਕਰੰਟ ਅਫੇਅਰ ਚੱਲ ਰਿਹਾ, ਇੱਕ ਨਿਊਜ਼ ਚੱਲ ਰਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ ਸਟੇਟ ਲੈਵਲ ਦੀ ਉਹਨਾਂ ਨੇ ਆਪਣਾ ਹਜੇ ਤੱਕ ਸਪੀਕਰ ਚੂਜ਼ ਨਹੀਂ ਕੀਤਾ। ਸੋ ਸਿਰਫ ਔਰ ਸਿਰਫ ਉੱਥੇ ਫਰਵਰੀ ਦੇ ਮਹੀਨੇ ਤੋਂ ਹੀ ਜਦੋਂ ਤੋਂ ਸਰਕਾਰ ਬਣੀ ਹੈ ਡਿਪਟੀ ਸਪੀਕਰ ਹੀ ਸਟੇਟ ਲੈਜਿਸਲੇਟਿਵ ਅਸੈਂਬਲੀ ਨੂੰ ਹੈਡ ਕਰ ਰਿਹਾ। ਸੋ ਉਸ ਤੋਂ ਬਾਅਦ ਆਉਂਦਾ ਕਿ ਜੇ ਡਿਪਟੀ ਸਪੀਕਰ ਤੇ ਸਪੀਕਰ ਇਹਨਾਂ ਨੇ ਕੋਈ ਵਿਕੇਟ ਕਰਨਾ, ਆਪਣਾ ਆਫਿਸ ਛੱਡਣਾ, ਰਿਮੂਵ ਕਰਨਾ ਤਾਂ ਉਹਦੀ ਗੱਲ ਆਰਟੀਕਲ 94 ਚ ਕੀਤੀ ਹੈ। ਫਿਰ ਆਰਟੀਕਲ ਜਿਹੜਾ 95 ਹੈ, 96 ਹੈ, ਸੇਮ ਜਿਹੜੀ ਚੀਜ਼ ਆਪਾਂ ਨੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਬਾਰੇ ਗੱਲਾਂ ਕੀਤੀਆਂ ਨੇ ਉਹ ਉਰੇ ਰਿਪੀਟ ਹੋ ਰਹੀਆਂ ਨੇ। ਸਿਰਫ ਔਰ ਸਿਰਫ ਤੁਸੀਂ ਆਰਟੀਕਲਸ ਦਾ ਫਰਕ ਪੇਪਰ 'ਚ ਯਾਦ ਕਰਨਾ ਹੈ। ਤੇ ਪੋਲਿਟੀ ਜਦੋਂ ਵੀ ਆਪਾਂ ਪੜ੍ਹਦੇ ਹਾਂ, ਕਨਸਟੀਟਿਊਸ਼ਨ ਸਪੈਸ਼ਲੀ ਜਿਹੜੇ ਏਦਾਂ ਦੇ ਟੌਪਿਕ ਨੇ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਸਭ ਤੋਂ ਜ਼ਰੂਰੀ ਤੁਹਾਡੇ ਲਈ ਯਾਦ ਰੱਖਣਾ ਹੈ ਬੇਸਿਕ ਕਨਸੈਪਟ ਨਾਲ ਆਰਟੀਕਲ। ਸੋ ਆਰਟੀਕਲਸ ਹੀ ਜ਼ਿਆਦਾਤਰ ਪੁੱਛੇ ਜਾਂਦੇ ਨੇ ਵੀ ਕਿਹੜੇ ਆਰਟੀਕਲ ਦੇ ਵਿੱਚ ਰੈਜ਼ਿਗਨੇਸ਼ਨ ਦੀ ਗੱਲ ਕੀਤੀ ਹੈ, ਕਿਹੜੇ ਆਰਟੀਕਲ ਦੇ ਵਿੱਚ ਦੱਸਿਆ ਹੋਇਆ ਵੀ ਪਾਵਰ ਕੀ ਹੈ ਡਿਪਟੀ ਸਪੀਕਰ ਦੀ। ਸੋ ਇਸ ਤਰ੍ਹਾਂ ਦੇ ਨਾਲ ਫਿਰ ਆਰਟੀਕਲ 97 ਚ ਗੱਲ ਕੀਤੀ ਹੈ ਵੀ ਜੋ ਵੀ ਤਨਖਾਹ ਮਿਲਣੀ ਹੈ, ਸੈਲਰੀ ਮਿਲਣੀ ਹੈ ਚੇਅਰਮੈਨ ਨੂੰ, ਡਿਪਟੀ ਚੇਅਰਮੈਨ ਨੂੰ, ਸਪੀਕਰ ਨੂੰ, ਡਿਪਟੀ ਸਪੀਕਰ ਨੂੰ, ਸੋ ਇਹ ਸਾਰੀ ਕਿੱਥੋਂ ਆਉਣੀ ਹੈ? ਇਹ ਤਨਖਾਹ ਜੋ ਵੀ ਪਾਰਲੀਮੈਂਟ ਲਾਅ ਪਾਸ ਕਰਕੇ ਆਪਣੀ ਰੂਲ ਬੁੱਕ 'ਚ ਕੱਢਦੀ ਹੈ ਉਹਦੇ ਅਨੁਸਾਰ ਦਿੱਤੀ ਜਾਂਦੀ ਹੈ। ਤੇ ਸੈਕਿੰਡ ਸ਼ਡਿਊਲ ਹੈ ਜਿਹੜਾ ਸੰਵਿਧਾਨ ਦਾ ਉਹਦੇ ਵਿੱਚ ਦੱਸਿਆ ਹੋਇਆ ਵੀ ਕਿਹਦੀ ਕਿੰਨੀ ਸੈਲਰੀ ਹੈ। ਸੋ ਮੈਂ ਤੁਹਾਨੂੰ ਅਲੱਗ ਤੋਂ ਸ਼ਡਿਊਲਸ ਦਾ ਤੇ ਲੇਟੈਸਟ ਇੰਪੋਰਟੈਂਟ ਅਮੈਂਡਮੈਂਟਸ ਦਾ ਟੌਪਿਕ ਪੋਲਿਟੀ ਦੇ ਅੰਦਰ ਜਲਦੀ ਹੀ ਕਵਰ ਕਰਵਾ ਦੂੰ। ਫਿਰ 98 ਦੱਸਿਆ ਹੋਇਆ ਹੈ ਕਿ ਜੋ ਵੀ ਹਾਊਸ ਹੈ ਪਾਰਲੀਮੈਂਟ ਦਾ ਉਹ ਆਪਣੇ ਮੈਂਬਰਸ ਤੇ ਆਫਿਸਰਸ ਇਹਨਾਂ ਤੋਂ ਇਲਾਵਾ ਇੱਕ ਹੋਰ ਬੰਦੇ ਨੂੰ ਚੂਜ਼ ਕਰ ਸਕਦੀ ਹੈ ਐਜ਼ ਸੈਕਟਰੀ। ਸੋ ਸੈਕਟਰੀ ਬਾਕੀ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਦੇਖਦਾ ਹੈ। 99 ਚ ਦੱਸਿਆ ਹੋਇਆ ਹੈ ਵੀ ਜਿਹੜੀ ਸ਼ਪਥ ਲੈਂਦੇ ਨੇ ਮੈਂਬਰ, ਕਹਿੰਦੇ ਚਾਹੇ ਉਹ ਲੋਕ ਸਭਾ ਦਾ ਮੈਂਬਰ ਹੈ ਚਾਹੇ ਰਾਜ ਸਭਾ ਦਾ ਮੈਂਬਰ ਹੈ, ਉਹ ਸਿਰਫ ਔਰ ਸਿਰਫ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੇ ਅੱਗੇ ਹੀ ਓਥ ਲੈਣਗੇ। ਸੋ ਇਹ ਬਹੁਤ ਇੰਪੋਰਟੈਂਟ ਆਰਟੀਕਲ ਹੈ 99। ਤੇ ਜਿਹੜੀ ਓਥ ਐਂਡ ਐਫਰਮੇਸ਼ਨ ਇਹਦਾ ਪੂਰਾ ਪ੍ਰੋਸੀਜਰ ਦੱਸਿਆ ਹੋਇਆ ਹੈ, ਉਹ ਦੱਸਿਆ ਹੋਇਆ 3 ਸ਼ਡਿਊਲ ਦੇ ਅੰਦਰ। ਸੋ ਸ਼ਡਿਊਲਸ ਵੀ ਤੁਸੀਂ ਨਾਲ ਦੀ ਨਾਲ ਉਰੇ ਯਾਦ ਕਰੀ ਜਾਓ ਵੀ ਕਿਹੜੇ ਸੈਲਰੀ ਦੀ ਗੱਲ ਕੀਤੀ ਹੈ, ਕਿੱਥੇ ਓਥ ਐਫਰਮੇਸ਼ਨ ਦੀ ਗੱਲ ਹੈ। ਫਿਰ ਕਹਿੰਦੇ ਜੇ ਕਿਸੇ ਨੇ ਕੋਈ VOTING ਹੋ ਰਹੀ ਹੈ ਹਾਊਸ ਦੇ ਵਿੱਚ ਜਾਂ ਕੋਈ ਹੋਰ ਪਾਵਰ ਹੈ, ਕੋਈ ਵੈਕੈਂਸੀ ਨੂੰ ਲੈ ਕੇ, ਕਿਸੇ ਮੈਂਬਰ ਦੇ ਛੱਡਣ ਨੂੰ ਲੈ ਕੇ, ਤਾਂ ਜਦੋਂ ਵੀ VOTING ਹੋਣੀ ਹੈ ਤਾਂ ਜਿਹੜਾ ਉਹਦਾ ਰਿਜ਼ਲਟ ਆਊਗਾ ਉਹ ਆਊਗਾ ਮੈਜੋਰਿਟੀ ਵੋਟ ਤੋਂ। ਸੋ ਜਿੰਨੇ ਮੈਂਬਰ ਉਸ ਟਾਈਮ ਪ੍ਰੈਜ਼ੈਂਟ ਨੇ, ਜੇ ਕਿਸੇ ਵੀ ਬਿੱਲ ਦੇ ਉੱਤੇ ਵੀ ਫॉर दैट ਮੈਟਰ VOTING ਹੋ ਰਹੀ ਹੈ ਤਾਂ ਜਿੰਨੇ ਬੰਦੇ ਪ੍ਰੈਜ਼ੈਂਟ ਨੇ ਉਹਨਾਂ ਚੋਂ ਮੈਜੋਰਿਟੀ ਦਾ ਜਿਹੜਾ ਜਵਾਬ ਆਊਗਾ ਉਹੀ ਅਸਲੀ ਡਿਸੀਜਨ ਬਣੂਗਾ। ਉਸ ਤੋਂ ਬਾਅਦ ਕਹਿੰਦੇ ਵੈਕੇਸ਼ਨ ਆਫ ਸੀਟਸ, no person shall be a member of both houses and provision shall be made by parliament by law for the vacation of person who is chosen and member of both house। ਕਹਿੰਦੇ ਫॉर एग्जांपल ਮੰਨ ਲਓ ਵੀ ਕੋਈ ਬੰਦਾ
राज्य सभा का भी मैंबर बन गया, लोक सभा का भी। कहते ओनू दोनों हाउस का मैंबर नहीं बन सकता, ओनू एक हाउस छड्डना पऊगा। सो कहते ये आर्टिकल 101 च दस्सिया होया ते इहदे विच ये भी कहा गया है कि no person shall be a member and if a person is chosen member for both houses of parliament then ਕੀ ਹੋਊਗਾ ਕਿ ਇੱਕ ਟਾਈਮ ਪੀਰੀਅਡ ਦੱਸਿਆ ਗਿਆ ਕਿ ਉਸ ਸਮੇਂ ਦੇ ਐਕਸਪਾਇਰ ਹੋਣ ਤੇ ਪਰਸਨ ਨੂੰ ਆਪਣੀ ਜਿਹੜੀ ਸੀਟ ਹੈ ਦੋਨਾਂ ਚੋਂ ਇੱਕ ਹਾਊਸ ਦੀ ਉਹ ਛੱਡਣੀ ਪਊਗੀ ਤੇ ਜੇ ਉਹਨੇ ਨਾ ਛੱਡੀ ਤਾਂ ਜਿਹੜੇ ਹਾਊਸ ਦੇ ਵਿੱਚ ਉਹ ਪਹਿਲਾਂ ਤੋਂ ਮੈਂਬਰ ਹੈ ਉਸ ਚੀਜ਼ ਨੂੰ ਉਹ ਰੈਜ਼ਿਗਨੇਸ਼ਨ ਮੰਨ ਲੈਣਗੇ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ। ਆਰਟੀਕਲ 103 ਗੱਲ ਕਰਦਾ ਹੈ ਕਿ ਜੇ ਕੋਈ ਮੈਂਬਰ ਨੂੰ ਡਿਸਕੁਆਲੀਫਾਈ ਕਰਨਾ ਤਾਂ ਉਹਦੇ ਉੱਤੇ ਕਿਹਦੇ ਕੋਲ ਡਿਸੀਜਨ ਲੈਣ ਦਾ ਪੂਰਾ ਅਧਿਕਾਰ ਹੈ। ਸੋ ਇਹ ਅਧਿਕਾਰ ਆਰਟੀਕਲ 103 ਨੇ ਪ੍ਰੈਜ਼ੀਡੈਂਟ ਨੂੰ ਦਿੱਤਾ ਕਿ ਜੇ ਕਿਸੇ ਵੀ ਮੈਂਬਰ ਨੂੰ ਦੋਨੋਂ ਹਾਊਸ ਦੇ ਚਾਹੇ ਰਾਜ ਸਭਾ ਦਾ ਮੈਂਬਰ ਹੈ ਤੇ ਜਾਂ ਲੋਕ ਸਭਾ ਦਾ ਮੈਂਬਰ ਹੈ ਤੇ ਉਹ ਕੋਈ ਡਿਸਕੁਆਲੀਫਿਕੇਸ਼ਨ ਹੋ ਰਹੀ ਹੈ, ਮਤਲਬ ਉਹ ਕੋਈ ਨਾ ਇੱਕ ਅੱਧੀ ਜਿਹੜੀ ਚੀਜ਼ ਹੈ ਰਿਕੁਆਇਰਮੈਂਟ ਉਹ ਪੂਰੀ ਨਹੀਂ ਕਰ ਰਿਹਾ ਤੇ ਉਹਨੂੰ ਆਪਾਂ ਨੇ ਕੱਢਣਾ ਹੈ, ਤਾਂ ਪ੍ਰੈਜ਼ੀਡੈਂਟ ਰਾਸ਼ਟਰਪਤੀ ਹੀ ਫਾਈਨਲ ਡਿਸੀਜਨ ਲਊ ਤੇ ਉਹਦੇ ਡਿਸੀਜਨ ਨੂੰ ਵੈਲਿਡ ਮੰਨਿਆ ਜਾਊ। ਫਿਰ ਕਹਿੰਦੇ ਜੇ ਕੋਈ ਬੰਦਾ ਬਿਨਾਂ ਓਥ ਲਏ ਬਿਨਾਂ ਸ਼ਪਥ ਲਏ ਕਿਸੇ ਵੀ ਹਾਊਸ ਦੇ ਵਿੱਚ ਬੈਠ ਜਾਂਦਾ ਹੈ, ਉਹਦੀ ਪ੍ਰੋਸੀਡਿੰਗ ਅਟੈਂਡ ਕਰਦਾ, ਤਾਂ ਉਹਨੂੰ ਇੱਕ ਫਾਈਨ ਲਗਾਇਆ ਜਾਊ, ਇੱਕ ਪੈਨਲਟੀ ਲਗਾਈ ਜਾਊ ਤੇ ਉਹ ਹਰ ਸਿਟਿੰਗ ਦੇ ਅਕੋਰਡਿੰਗ ਪੈਨਲਟੀ ਲਗਾਈ ਜਾਊ। ਸੋ ਇਹ ਪੈਨਲਟੀ ਆਰਟੀਕਲ 104 ਚ ਦੱਸੀ ਹੋਈ ਹੈ। ਫਿਰ ਕਹਿੰਦੇ ਜੋ ਵੀ ਪਾਵਰ ਪ੍ਰਿਵਿਲੇजेस ਨੇ ਇਹ ਕੁਝ ਸਪੈਸ਼ਲ ਅਧਿਕਾਰ ਨੇ, ਜਿਵੇਂ ਕਿ ਜੋ ਮੈਂਬਰ ਹੈ ਪਾਰਲੀਮੈਂਟ ਦਾ ਉਹਨਾਂ ਦੇ ਕੋਲ ਰਾਈਟ ਹੈ ਕਿ ਉਹ ਕਿਸੇ ਵੀ ਕੋਰਟ ਦੀ ਜੋ ਵੀ ਗੱਲ ਹੋ ਰਹੀ ਹੈ ਉਹਦੇ ਉੱਤੇ ਆਪਣੇ ਡਿਸੀਜਨ ਦੇ ਸਕਦੇ ਨੇ। ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਬੋਲਣ ਦਾ ਫਰੀडम ਆਫ ਸਪੀਚ ਦਾ ਇੱਕ ਪੂਰੀ ਰਾਈਟ ਹੈ, ਪਾਵਰ ਹੈ, ਪ੍ਰਿਵਿਲੇਜ ਹੈ। ਤੇ ਨਾਲ ਹੀ ਜੋ ਵੀ ਅੰਦਰ ਪ੍ਰੋਸੀਡਿੰਗ ਚੱਲ ਰਹੀ ਹੈ ਕਹਿੰਦੇ ਉਹ ਪ੍ਰੋਸੀਡਿੰਗ ਕਿਸੇ ਵੀ ਕਚਹਿਰੀ ਦੇ ਵਿੱਚ ਕੋਰਟ ਵਿੱਚ ਜਾ ਕੇ ਕੁਐਸਚਨੇਬਲ ਨਹੀਂ ਹੈਗੀ, ਕੋਈ ਉਹਦੇ ਉੱਤੇ ਕੇਸ ਨਹੀਂ ਕਰ ਸਕਦਾ ਵੀ ਪਾਰਲੀਮੈਂਟ ਦੇ ਵਿੱਚ ਇਹ ਚੀਜ਼ ਬੋਲੀ ਗਈ ਹੈ। ਨਾਲ ਹੀ ਕਹਿੰਦੇ ਜੋ ਵੀ ਮੈਂਬਰ ਹੈ ਪਾਰਲੀਮੈਂਟ ਦਾ ਉਹਦੇ ਕੋਲ ਇੱਕ ਸਪੈਸ਼ਲ ਰਾਈਟ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪਬਲਿਕੇਸ਼ਨ ਲਈ ਲਾਇਬਲ ਨਹੀਂ ਹੈ, ਮਤਲਬ ਕਿ ਜੋ ਵੀ ਪਾਰਲੀਮੈਂਟ ਦੀ ਪ੍ਰੋਸੀਡਿੰਗ ਹੈ ਉਹਦੇ ਬਾਰੇ ਕੋਈ ਵੀ ਡੈਫੇਮੇਸ਼ਨ, ਕੋਈ ਗਲਤ, ਕੋਈ ਵੀ ਬੈਡ ਲੈਂਗੁਏਜ ਯੂਜ਼ ਕਰਕੇ ਬਾਹਰ ਕਿਸੇ ਵੀ ਤਰ੍ਹਾਂ ਦਾ ਪਬਲਿਕ ਨਹੀਂ ਕਰ ਸਕਦਾ, ਕੋਈ ਰਿਪੋਰਟ ਨਹੀਂ ਪਬਲਿਸ਼ ਕਰ ਸਕਦੇ, ਕੋਈ ਪੇਪਰ ਨਹੀਂ ਪਬਲਿਸ਼ ਕਰ ਸਕਦੇ। ਸੋ ਕਹਿੰਦੇ no member of parliament shall be liable to any proceeding in court, ਉਹਨੂੰ ਕੁਝ ਵੀ ਬੋਲਣ ਦੇ ਲਈ ਪੂਰਾ ਹੱਕ ਹੈ, ਮੈਂਬਰ ਨੂੰ ਪਾਰਲੀਮੈਂਟ 'ਚ ਕੁਝ ਵੀ ਬੋਲ ਸਕਦਾ ਹੈ ਤੇ ਉਹਦੇ ਲਈ ਉਹਨੂੰ ਕੋਰਟ ਦੀ ਕਿਸੇ ਵੀ ਪ੍ਰੋਸੀਡਿੰਗ 'ਚ ਲਾਇਬਲ ਨਹੀਂ ਮੰਨਿਆ ਜਾਊ। ਨਾਲ ਹੀ ਕਹਿੰਦੇ no person shall be so liable in respect of the publication by or under the authority of either house of parliament, ਪਾਰਲੀਮੈਂਟ ਦੀ ਕੋਈ ਵੀ ਰਿਪੋਰਟ ਹੈ, ਕੋਈ ਆਰਟੀਕਲ ਹੈ, ਕੁਝ ਵੀ ਪਬਲਿਸ਼ ਹੋ ਰਿਹਾ ਹੈ, ਕੋਈ ਵੀ ਬੰਦਾ ਕੁਐਸਚਨ ਨਹੀਂ ਕਰ ਸਕਦਾ ਕਿ ਪਾਰਲੀਮੈਂਟ ਨੇ ਇਹ ਚੀਜ਼ ਕਿਉਂ ਪਬਲਿਸ਼ ਕੀਤੀ। ਫਿਰ ਜਿੰਨੇ ਵੀ ਮੈਂਬਰ ਨੇ ਉਹਨਾਂ ਦੀ ਜਿਹੜੀ ਸੈਲਰੀ ਹੈ ਉਹ 106 ਚ ਦੱਸੀ ਹੋਈ ਹੈ। ਸੋ ਹੁਣ ਆਪਣਾ ਬਹੁਤ ਇੰਪੋਰਟੈਂਟ ਫਾਈਨੈਂਸ਼ੀਅਲ ਪ੍ਰੋਸੀਜਰ ਦਾ ਟੌਪਿਕ ਸ਼ੁਰੂ ਹੁੰਦਾ ਹੈ। ਸੋ ਇਹਨੂੰ ਤੁਸੀਂ ਧਿਆਨ ਦੇ ਨਾਲ ਸਮਝਣਾ ਹੈ। ਆਰਟੀਕਲ 107 ਇਹ ਕਹਿੰਦਾ ਵੀ ਇੱਕ ਬਿੱਲ ਕਿੱਥੇ ਪਾਸ ਹੋਊਗਾ, ਕਿਵੇਂ ਪਾਸ ਹੋਊਗਾ। ਸੋ ਕਹਿੰਦੇ ਜਿਹੜਾ ਮਨੀ ਬਿੱਲ ਹੈ ਉਹਦੇ ਬਾਰੇ ਅੱਡ ਤੋਂ 109 ਤੇ 117 ਚ ਗੱਲ ਕੀਤੀ ਹੋਈ ਹੈ ਤੇ ਜਿੱਥੇ ਇਹ ਆਰਟੀਕਲਸ ਲਿਖਿਆ ਹੋਇਆ ਕਿ ਮਨੀ ਬਿੱਲ ਪਹਿਲਾਂ ਜਾਊਗਾ ਉਹ ਉੱਥੇ ਹੀ ਇੰਟਰੋਡਿਊਸ ਕੀਤਾ ਜਾਊ, ਜਿਹੜੇ ਹਾਊਸ 'ਚ ਜਾਊਗਾ ਉੱਥੇ। ਤੇ ਨਾਲ ਹੀ ਕਹਿੰਦੇ ਜੇ ਕੋਈ ਹੋਰ ਬਿੱਲ ਹੈ ਮਨੀ ਜਾਂ ਫਾਈਨੈਂਸ਼ੀਅਲ ਬਿੱਲ ਤੋਂ ਇਲਾਵਾ ਤਾਂ ਉਹਨੂੰ ਆਪਾਂ ਰਾਜ ਸਭਾ ਜਾਂ ਲੋਕ ਸਭਾ ਕਿਸੇ ਵੀ ਹਾਊਸ ਦੇ ਵਿੱਚ ਭੇਜ ਸਕਦੇ ਹਾਂ, ਇੰਟਰੋਡਿਊਸ ਕਰ ਸਕਦੇ ਹਾਂ, ਉਹਦੀ ਸ਼ੁਰੂਆਤ ਕਰ ਸਕਦੇ ਹਾਂ। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਇਹ ਚੰਗੀ ਤਰ੍ਹਾਂ ਗੱਲ ਦਿਮਾਗ 'ਚ ਬੈਠ ਜਾਣੀ ਚਾਹੀਦੀ ਹੈ ਵੀ ਮਨੀ ਬਿੱਲ, ਫਾਈਨੈਂਸ਼ੀਅਲ ਬਿੱਲ, ਉਹਨਾਂ ਦੋ ਬਿੱਲ ਤੋਂ ਇਲਾਵਾ ਕੋਈ ਵੀ ਹੋਰ ਨੇਚਰ ਦਾ ਬਿੱਲ ਹੈ ਉਹ ਬਿੱਲ ਕਿਸੇ ਵੀ ਹਾਊਸ ਦੇ ਵਿੱਚ ਇੰਟਰੋਡਿਊਸ ਹੋ ਸਕਦਾ ਹੈ। ਸੋ ਕਹਿੰਦੇ ਦੂਜੇ ਨੰਬਰ ਤੇ ਜਿਹੜਾ ਇੱਕ ਬਿੱਲ ਹੈ ਉਹ ਕਦੋਂ ਤੱਕ ਪਾਸ ਨਹੀਂ ਮੰਨਿਆ ਜਾਊ, ਜਦੋਂ ਤੱਕ ਦੋਨੋਂ ਹਾਊਸ ਉਹਦੇ ਉੱਤੇ ਅਗਰੀਮੈਂਟ, ਉਹਦੇ ਉੱਤੇ ਆਪਣੀ ਰਜ਼ਾਮੰਦੀ ਨਹੀਂ ਜਤਾਉਂਦੇ। ਫਿਰ ਕਹਿੰਦੇ ਜਿਹੜਾ ਬਿੱਲ ਪਾਰਲੀਮੈਂਟ ਦੇ ਵਿੱਚ ਪੈਂਡਿੰਗ ਹੈ, ਜੇ ਕੋਈ ਵੀ ਹਾਊਸ ਡਿਲੇ ਹੋ ਜਾਵੇ, ਚਾਹੇ ਰਾਜ ਸਭਾ ਹੈ ਚਾਹੇ ਲੋਕ ਸਭਾ ਹੈ, ਤਾਂ ਉਹ ਬਿੱਲ ਜਿਹੜਾ ਉਹ ਰੱਦ ਨਹੀਂ ਮੰਨਿਆ ਜਾਊਗਾ। ਇਹ ਜਿਹੜੇ ਦੋ ਤਿੰਨ ਤੁਹਾਨੂੰ ਮੈਂ ਪੁਆਇੰਟ ਕਰਾਉਣ ਜਾ ਰਹੀ ਹਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਇਹਨਾਂ ਚੋਂ ਹੀ ਮੇਜਰ ਟਫੈਸਟ ਕੁਐਸਚਨ ਬਣਦੇ ਨੇ ਬਿਲਸ ਦੇ ਅੰਦਰ। ਸੋ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਨਾਲ ਸਮਝਣਾ ਹੈ ਕਿ ਪਾਰਲੀਮੈਂਟ ਉਰੇ ਬਿੱਲ ਪੈਂਡਿੰਗ ਹੈ ਉੱਪਰ ਆਪਣੇ ਕੋਲ, ਤਾਂ
ਇਹ ਬਿੱਲ ਹੈ ਜਿਹੜਾ ਇਹ ਰੱਦ ਨਹੀਂ ਹੋਊਗਾ ਜੇ ਕੋਈ ਵੀ ਹਾਊਸ ਥੋੜੇ ਸਮੇਂ ਦੇ ਲਈ ਪ੍ਰੋਰੂਗ ਹੋ ਜਾਵੇ, ਡਿਲੇ ਹੋ ਜਾਵੇ, ਕਿਉਂਕਿ ਉਰੇ ਆਪਾਂ ਹਾਊਸ ਨੂੰ ਡਿਸੋਲਵ ਨਹੀਂ ਕਰ ਰਹੇ, ਸਿਰਫ ਥੋੜੇ ਸਮੇਂ ਲਈ ਡਿਲੇ ਕਰ ਰਹੇ ਹਾਂ, ਇਸ ਲਈ ਆਪਣਾ ਬਿੱਲ ਹੈ ਜਿਹੜਾ ਸਹੀ ਸਲਾਮਤ ਉਵੇਂ ਹੀ ਪਿਆ ਰਹੂ। ਫਿਰ ਆਉਂਦੀ ਹੈ ਗੱਲ ਚੌਥੇ ਕਲੌਜ਼ ਦੇ ਅੰਦਰ ਕਿ ਜਿਹੜਾ ਬਿੱਲ ਰਾਜ ਸਭਾ ਦੇ ਵਿੱਚ ਪੈਂਡਿੰਗ ਹੈ, ਜਿਹਨੂੰ ਲੋਕ ਸਭਾ ਨੇ ਹਜੇ ਪਾਸ ਨਹੀਂ ਕੀਤਾ, ਹਜੇ ਉਹ ਬਿੱਲ ਰਾਜ ਸਭਾ ਦੇ ਕੋਲ ਹੀ ਹੈ, ਉੱਥੇ ਪੈਂਡਿੰਗ ਪਿਆ, ਉਹਦੇ ਤੇ ਡਿਸੀਜਨ ਨਹੀਂ ਲਿਆ ਰਾਜ ਸਭਾ ਨੇ, ਉਹ ਬਿੱਲ ਹਜੇ ਲੋਕ ਸਭਾ ਦੇ ਕੋਲ ਗਿਆ ਹੀ ਨਹੀਂ। ਜੇ ਲੋਕ ਸਭਾ ਉਨੇ ਸਮੇਂ ਦੇ ਵਿੱਚ ਡਿਸੋਲਵ ਹੁੰਦੀ ਹੈ, ਖਤਮ ਹੋ ਜਾਂਦੀ ਹੈ, ਤਾਂ ਜਿਹੜਾ ਬਿੱਲ ਹੈ ਇਹ ਬਿੱਲ ਸਹੀ ਸਲਾਮਤ ਆਪਣੇ ਕੋਲ ਪਿਆ ਰਹੂਗਾ, ਕਿਉਂਕਿ ਆਪਣੇ ਕੋਲ ਹਜੇ ਤੱਕ ਬਿੱਲ ਲੋਕ ਸਭਾ ਕੋਲ ਗਿਆ ਹੀ ਨਹੀਂ ਸੀ। ਸੋ ਰਾਜ ਸਭਾ ਕੋਲ ਹੈ, ਰਾਜ ਸਭਾ ਕੋਲ ਪਿਆ ਰਹੂ, ਉਰੇ ਹੀ ਪੈਂਡਿੰਗ ਰਹੂਗਾ ਜਦੋਂ ਤੱਕ ਕਿ ਨਵੀਂ ਲੋਕ ਸਭਾ ਬਣ ਨਹੀਂ ਜਾਂਦੀ। ਸੋ ਇਹ ਆਪਾਂ ਨੂੰ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ। ਫਿਰ ਆਉਂਦਾ ਪੰਜਵਾਂ ਕਲੌਜ਼, ਕਹਿੰਦੇ ਜਿਹੜਾ ਬਿੱਲ ਲੋਕ ਸਭਾ ਦੇ ਵਿੱਚ ਪੈਂਡਿੰਗ ਹੈ, ਉਰੇ ਪਿਆ, ਜਿਹਨੂੰ ਜਿਹੜਾ ਲੋਕ ਸਭਾ ਹੈ ਉਹਨੇ ਪਾਸ ਕਰਤਾ ਤੇ ਉਹਨੂੰ ਪਾਸ ਕਰਤਾ, ਜਾਂ ਫਿਰ ਉਹ ਲੋਕ ਸਭਾ ਦੇ ਵਿੱਚ ਪੈਂਡਿੰਗ ਹੈ ਤੇ ਹੁਣ ਉਹ ਰਾਜ ਸਭਾ ਦੇ ਕੋਲ ਜਾ ਰਿਹਾ ਹੈ ਤੇ ਰਾਜ ਸਭਾ ਦੇ ਵਿੱਚ ਹਜੇ ਉਹਦੇ ਉੱਤੇ ਕੋਈ ਜਵਾਬ ਨਹੀਂ ਆਇਆ, ਕੋਈ ਡਿਸੀਜਨ ਨਹੀਂ ਲਿਆ ਗਿਆ, ਤੇ ਜੇ ਉਨੇ ਸਮੇਂ ਦੇ ਵਿੱਚ ਲੋਕ ਸਭਾ ਡਿਸੋਲਵ ਹੁੰਦੀ ਹੈ ਤਾਂ ਬਿੱਲ ਵੀ ਰੱਦ ਮੰਨਿਆ ਜਾਊ। ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝੋ ਵੀ ਜਿਹੜਾ ਬਿੱਲ ਪਹਿਲਾਂ ਗਿਆ ਲੋਕ ਸਭਾ ਦੇ ਕੋਲ, ਸੋ ਉਹ ਬਿੱਲ ਮਨੀ ਬਿੱਲ ਦੀ ਨੇਚਰ ਦਾ ਹੋਊਗਾ। ਸੋ ਮਨੀ ਬਿੱਲ ਦੇ ਉੱਤੇ ਜਿਹੜਾ ਅਸਲੀ ਡਿਸੀਜਨ ਆਉਂਦਾ ਉਹ ਲੋਕ ਸਭਾ ਦਾ ਹੀ ਆਉਂਦਾ, ਲੋਅਰ ਹਾਊਸ ਦਾ ਹੀ ਆਉਂਦਾ। ਸੋ ਜਦੋਂ ਵੀ ਆਪਾਂ ਇਹ ਜਿਹੇ ਬਿੱਲ ਦੀ ਗੱਲ ਕਰੀਏ ਜਿਹੜੇ ਪਹਿਲਾਂ ਛੋਟੇ ਹਾਊਸ ਲੋਅਰ ਹਾਊਸ ਲੋਕ ਸਭਾ ਦੇ ਵਿੱਚ ਗਏ ਨੇ, ਜਾਂ ਤਾਂ ਉਹਨੂੰ ਲੋਕ ਸਭਾ ਨੇ ਪਾਸ ਕਰਕੇ ਰਾਜ ਸਭਾ ਕੋਲ ਭੇਜਤਾ, ਜਾਂ ਫਿਰ ਹਜੇ ਉਹ ਲੋਕ ਸਭਾ ਦੇ ਵਿੱਚ ਹੀ ਹੈ, ਬਿੱਲ ਰਾਜ ਸਭਾ ਕੋਲ ਗਿਆ ਹੀ ਨਹੀਂ, ਤੇ ਉਨੇ ਸਮੇਂ ਦੇ ਵਿੱਚ ਲੋਕ ਸਭਾ ਡਿਸੋਲਵ ਹੁੰਦੀ ਹੈ ਤਾਂ ਬਿੱਲ ਵੀ ਰੱਦ ਹੋ ਜਾਊਗਾ। ਇਹ ਚੀਜ਼ ਆਪਾਂ ਨੇ ਯਾਦ ਰੱਖਣੀ ਹੈ। ਸੋ ਉਰੇ ਸਿਰਫ ਔਰ ਸਿਰਫ ਜਿਹੜਾ ਬਿੱਲ ਲੋਕ ਸਭਾ ਦੇ ਵਿੱਚ ਆਇਆ ਜਾਂ ਲੋਕ ਸਭਾ ਤੋਂ ਪਾਸ ਹੋਇਆ ਪਹਿਲੇ ਨੰਬਰ ਤੇ, ਜਿੱਥੇ ਉਹ ਲੋਕ ਸਭਾ ਕੋਲ ਪਹੁੰਚਿਆ, ਸੋ ਲੋਕ ਸਭਾ ਦੇ ਖਤਮ ਹੋਣ ਨਾਲ ਉਹ ਬਿੱਲ ਵੀ ਲੈਪਸ ਹੋ ਜਾਊਗਾ, ਖਤਮ ਹੋ ਜਾਊਗਾ। ਇਹ ਇੰਪੋਰਟੈਂਟ ਤੁਸੀਂ ਤਿੰਨੋਂ ਕਲੌਜ਼ ਚੰਗੀ ਤਰ੍ਹਾਂ ਪੜ੍ਹ ਕੇ ਸਮਝਣੇ ਨੇ। ਫਿਰ ਕਹਿੰਦੇ ਜੇ ਕਿਸੇ ਬਿੱਲ ਦੇ ਉੱਤੇ ਕੋਈ ਡਿਸੀਜਨ ਨਹੀਂ ਆ ਰਿਹਾ, ਕੋਈ ਡਿਸਐਗਰੀਮੈਂਟ ਹੋ ਰਿਹਾ, ਜਾਂ ਕੋਈ ਬਾਰ-ਬਾਰ ਹਾਊਸ ਰਿਜੈਕਟ ਕਰੀ ਜਾ ਰਿਹਾ, ਤਾਂ ਪ੍ਰੈਜ਼ੀਡੈਂਟ, ਉਰੇ ਯਾਦ ਰੱਖਣਾ ਵੀ ਪ੍ਰੈਜ਼ੀਡੈਂਟ ਇੱਕ ਜੁਆਇੰਟ ਸਿਟਿੰਗ ਬਿਠਾ ਲੂ, ਦੋਨੋਂ ਹਾਊਸ ਨੂੰ ਆਪਣੇ ਸਾਹਮਣੇ ਖੜਾ ਕਰ ਲੂ, ਲੋਕ ਸਭਾ ਤੇ ਰਾਜ ਸਭਾ ਨੂੰ, ਤੇ ਫਿਰ ਉਸ ਬਿੱਲ ਦੇ ਉੱਤੇ ਫਾਈਨਲ ਡਿਸੀਜਨ ਪ੍ਰੈਜ਼ੀਡੈਂਟ ਲੈ ਕੇ ਆਊਗਾ। ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਆਉਂਦੀ ਹੈ ਮਨੀ ਬਿੱਲ। ਸੋ ਹੁਣ ਆਪਾਂ ਮਨੀ ਬਿੱਲ ਬਾਰੇ ਪੜਾਂਗੇ। ਮਨੀ ਬਿੱਲ ਤੋਂ ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਫਾਈਨੈਂਸ਼ੀਅਲ ਨੇਚਰ ਦਾ ਪੈਸੇ ਨਾਲ ਰਿਲੇਟਡ ਬਿੱਲ ਹੈ। ਸੋ ਜਿਹੜਾ ਮਨੀ ਬਿੱਲ ਹੈ ਇਹਨੂੰ ਲੈ ਕੇ ਇੱਕ ਵੱਖਰਾ ਸਪੈਸ਼ਲ ਪ੍ਰੋਸੀਜਰ ਹੈ। ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਦੱਸਿਆ ਵੀ ਜਿਹੜਾ ਮਨੀ ਬਿੱਲ ਹੈ ਉਹਨੂੰ ਸਿਰਫ ਔਰ ਸਿਰਫ ਆਪਾਂ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਕਰਦੇ ਹਾਂ। ਸੋ ਉਰੇ ਪਹਿਲਾ ਕਲੌਜ਼ ਹੀ ਆਉਂਦਾ ਕਿ that money bill shall not be introduced in council of state। ਸੋ ਜਿਹੜੀ ਆਪਣੀ ਰਾਜ ਸਭਾ ਹੈ ਉਹਦੇ ਵਿੱਚ ਇਹ ਨਹੀਂ ਇੰਟਰੋਡਿਊਸ ਹੁੰਦਾ। ਸੋ ਪਹਿਲੇ ਨੰਬਰ ਤੇ ਇਹ ਕਿਹਦੇ ਕੋਲ ਜਾਂਦਾ, ਲੋਅਰ ਹਾਊਸ, ਹਾਊਸ ਆਫ ਪੀਪਲ ਦੇ ਕੋਲ। ਉਸ ਤੋਂ ਬਾਅਦ ਇਹਨੂੰ ਕਾਉਂਸਲ ਆਫ ਸਟੇਟ ਕੋਲ ਭੇਜਿਆ ਜਾਂਦਾ ਹੈ। ਤੇ ਤੁਸੀਂ ਹੁਣ ਇੱਕ ਮੈਂ ਤੁਹਾਨੂੰ ਟਾਈਮਲਾਈਨ ਦੱਸ ਦਿੰਦੀ ਹਾਂ ਉਰੇ ਕ੍ਰੋਨੋਲੋਜੀਕਲ ਆਰਡਰ ਦੇ ਨਾਲ ਕਿ ਲੋਕ ਸਭਾ ਮਨੀ ਬਿੱਲ ਆਇਆ, ਬਣਾ ਲਿਆ ਆਪਾਂ ਨੇ, ਲੋਕ ਸਭਾ 'ਚ ਭੇਜਤਾ, ਲੋਕ ਸਭਾ ਤੋਂ ਆਪਾਂ ਨੇ ਭੇਜਤਾ ਉਹਨੂੰ ਰਾਜ ਸਭਾ 'ਚ। ਉਰੇ ਰਾਜ ਸਭਾ ਨੂੰ 14 ਦਿਨਾਂ ਦਾ ਸਮੇਂ ਦਿੱਤਾ ਹੈ ਕਿ ਤੁਸੀਂ ਇਸ ਬਿੱਲ ਦੇ ਉੱਤੇ ਜੇ ਕੋਈ ਚੇਂਜ ਚਾਹੁੰਦੇ ਹੋ ਤਾਂ ਸਾਨੂੰ ਦੱਸੋ, ਵਾਪਿਸ ਆਪਣੀ ਰეკਮੈਂਡੇਸ਼ਨ ਦਿਓ ਜਾਂ ਫਿਰ ਇਹਨੂੰ ਪਾਸ ਕਰ ਦਿਓ। ਜਿਹੜਾ ਰਾਜ ਸਭਾ ਹੈ ਉਹਦੇ ਕੋਲ ਮਨੀ ਬਿੱਲ ਨੂੰ ਰਿਜੈਕਟ ਕਰਨ ਦਾ, ਲੈਪਸ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ। ਬੇਸਿਕ ਸਿੰਪਲ ਸ਼ਬਦਾਂ ਦੇ ਵਿੱਚ ਮਨੀ ਬਿੱਲ ਜਦੋਂ ਲੋਕ ਸਭਾ ਨੇ ਪਾਸ ਕਰਕੇ ਰਾਜ ਸਭਾ ਕੋਲ ਭੇਜਤਾ, ਰਾਜ ਸਭਾ ਦੇ ਕੋਲ ਦੋ ਹੱਕ ਨੇ ਸਿਰਫ। ਪਹਿਲਾ, ਉਹਨੂੰ ਪਾਸ ਕਰ ਦੇਵੇ ਐਜ਼ ਇਟ ਇਜ਼। ਦੂਜਾ, ਰਾਜ ਸਭਾ ਕੁਝ ਚੇਂਜਿਸ, ਕੁਝ ਬਦਲਾਅ ਕਰਨ ਲਈ ਕਹਿ ਦੇਵੇ ਤੇ ਵਾਪਿਸ ਉਹਨੂੰ ਲੋਕ ਸਭਾ 'ਚ ਭੇਜ ਦੇ। ਜਦੋਂ ਲੋਕ ਸਭਾ ਨੇ ਰਾਜ ਸਭਾ ਦੀਆਂ ਜਿਹੜੀਆਂ ਰეკਮੈਂਡੇਸ਼ਨ ਨੇ, ਬਦਲਾਅ ਨੇ, ਉਹਨਾਂ ਨੂੰ ਮੰਨ ਲਿਆ ਤਾਂ ਉਹ ਬਿੱਲ ਪਾਸਡ ਮੰਨਿਆ ਜਾਂਦਾ ਹੈ। ਇਹ ਤੁਸੀਂ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ ਕਿ ਰਾਜ ਸਭਾ ਦੇ ਕੋਲ ਮਨੀ ਬਿੱਲ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਥੋੜੀ ਪਾਵਰ ਹੈ, ਰਿਸਟ੍ਰਿਕਟਿਵ ਪਾਵਰ ਹੈ, ਤੇ ਮੇਜਰ ਪਾਵਰ ਕਿਹਦੇ ਕੋਲ ਹੈ, ਲੋਕ ਸਭਾ ਦੇ ਕੋਲ। So ਕਹਿੰਦੇ if a money bill passed by both the houses and transmitted to council of state for recommendation is not returned to house of people
ਵਿਦ ਇਨ ਦਾ ਸੈਟ ਪੀਰੀਅਡ, ਜਾਂ ਫਿਰ ਕਹਿੰਦੇ ਰਾਜ ਸਭਾ ਨਾ ਤਾਂ ਉਹਨੂੰ ਪਾਸ ਕਰੇ ਨਾ ਵਾਪਿਸ ਭੇਜੇ ਰეკਮੈਂਡੇਸ਼ਨ ਦੇ ਕੇ ਲੋਕ ਸਭਾ ਕੋਲ, ਤਾਂ ਜਦੋਂ 14 ਦਿਨ ਪੂਰੇ ਹੋ ਗਏ ਤਾਂ ਇਹ ਮੰਨਿਆ ਜਾਊ ਆਟੋਮੈਟਿਕਲੀ ਕਿ ਰਾਜ ਸਭਾ ਨੇ ਮਨੀ ਬਿੱਲ ਨੂੰ ਪਾਸ ਕਰਤਾ। ਸੋ ਆਈ ਹੋਪ ਤੁਹਾਨੂੰ ਮਨੀ ਬਿੱਲ ਬਾਰੇ ਸਿੰਪਲ ਸ਼ਬਦਾਂ ਦੇ ਵਿੱਚ ਸਮਝ ਆ ਗਿਆ ਹੋ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ, ਜਦੋਂ ਮਨੀ ਬਿੱਲ ਦੀ ਗੱਲ ਹੁੰਦੀ ਹੈ ਤੁਸੀਂ ਰਾਜ ਸਭਾ ਨੂੰ ਭੁੱਲ ਜਾਓ, ਸਿੱਧਾ ਮਨੀ ਬਿੱਲ ਨੂੰ ਆਪਾਂ ਨੇ ਲੈ ਕੇ ਜਾਣਾ ਲੋਕ ਸਭਾ 'ਚ, ਲੋਕ ਸਭਾ ਤੋਂ ਬਾਅਦ ਰਾਜ ਸਭਾ ਕੋਲ ਸਿਰਫ ਇੱਕ ਫਾਰਮੈਲਿਟੀ ਦੇ ਤੌਰ ਤੇ, ਜਿਵੇਂ ਮੰਨ ਲਓ ਕਿ ਉਹ ਵੱਡੀ ਹੈ ਅਪਰ ਹਾਊਸ ਹੈ ਤਾਂ ਉਹਨੂੰ ਰਿਸਪੈਕਟ ਦੇਣ ਦੇ ਤੌਰ ਤੇ ਆਪਾਂ ਮਨੀ ਬਿੱਲ ਰਾਜ ਸਭਾ ਕੋਲ ਲੈ ਕੇ ਚਲੇ ਗਏ। ਉੱਥੇ ਆਪਾਂ ਨੇ ਰਾਜ ਸਭਾ ਨੂੰ 14 ਦਿਨ ਦਾ ਸਮੇਂ ਦਿੱਤਾ, ਜਾਂ ਤਾਂ ਤੁਸੀਂ ਪਾਸ ਕਰ ਦਿਓ ਜਾਂ ਜੇ ਤੁਸੀਂ ਕੋਈ ਚੇਂਜ ਚਾਹੁੰਦੇ ਹੋ ਸਾਡੇ ਕੋਲ ਵਾਪਿਸ ਭੇਜੋ, ਅਸੀਂ ਉਸ ਚੇਂਜ ਨੂੰ ਮੰਨਣਾ ਨਹੀਂ ਮੰਨਣਾ ਉਹ ਸਾਡੀ ਮਰਜ਼ੀ ਹੈ। ਫਿਰ ਉਸ ਤੋਂ ਬਾਅਦ ਜੇ ਰਾਜ ਸਭਾ ਨਹੀਂ ਮੰਨਦੀ, ਰਾਜ ਸਭਾ ਆਪਣੇ ਕੋਲ ਹੀ ਰੱਖਦੀ ਹੈ, ਉਹਦੇ ਉੱਤੇ ਕੋਈ ਵੀ ਡਿਸੀਜਨ ਨਹੀਂ ਲੈਂਦੀ, ਤਾਂ ਆਪਾਂ 14 ਦਿਨ ਬਾਅਦ ਇਹ ਮੰਨ ਲਾਂਗੇ ਵੀ ਰਾਜ ਸਭਾ ਨੇ ਮਨੀ ਬਿੱਲ ਨੂੰ ਐਜ਼ ਇਟ ਇਜ਼ ਜਿਵੇਂ ਲੋਕ ਸਭਾ ਨੇ ਭੇਜਿਆ ਸੀ ਉਹਦੇ ਕੋਲ ਉਵੇਂ ਪਾਸ ਕਰਤਾ, ਮਨਜ਼ੂਰੀ ਦੇਤੀ ਤੇ ਉਹ ਮਨੀ ਬਿੱਲ ਉਰੇ ਪਾਸ ਹੋ ਜਾਊਗਾ। ਸੋ ਹੁਣ ਬਹੁਤ ਇੰਪੋਰਟੈਂਟ ਚੀਜ਼ ਆਉਂਦੀ ਆ, ਆਪਾਂ ਨੇ ਮਨੀ ਬਿੱਲ ਪੜ੍ਹ ਲਿਆ, ਕਿੱਥੇ ਪਾਸ ਹੋ ਕਿਵੇਂ ਹੋ, ਮੈਂ ਤੁਹਾਨੂੰ ਬਹੁਤ ਸਾਫ਼ ਕਹਾਣੀ ਬਣਾ ਕੇ ਸਮਝਾਤਾ ਕਿਉਂਕਿ ਟੌਪਿਕ ਹੀ ਬਹੁਤ ਇੰਪੋਰਟੈਂਟ ਹੈ, ਇਹਨੂੰ ਆਪਾਂ ਮਿਸ ਹੀ ਨਹੀਂ ਕਰ ਸਕਦੇ। ਸੋ 110 ਕਹਿੰਦਾ ਵੀ ਮਨੀ ਬਿੱਲ 'ਚ ਆਉਂਦਾ ਕੀ ਹੈ, ਇਹਦਾ ਮਤਲਬ ਕੀ ਹੈ, ਡੈਫੀਨੇਸ਼ਨ ਕੀ ਹੈ, ਕਿਉਂਕਿ ਇਹਨੂੰ ਆਪਾਂ ਬਹੁਤ ਅਲੱਗ ਤਰੀਕੇ ਨਾਲ ਵੱਖ ਤਰੀਕੇ ਦੇ ਨਾਲ ਪਾਸ ਕਰਦੇ ਆ, ਇਹਨੂੰ ਛੋਟੇ ਹਾਊਸ ਭੇਜਦੇ ਆ, ਰਾਜ ਸਭਾ ਨੂੰ ਕੋਈ ਪਾਵਰ ਨਹੀਂ ਦਿੱਤੀ ਇਹਨੂੰ ਲੈ ਕੇ। ਸੋ ਕਹਿੰਦੇ ਇਹਦੇ 'ਚ ਇਹ ਜੀ ਕੀ ਖਾਸ ਗੱਲ ਹੈ, ਮਨੀ ਬਿੱਲ 'ਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਸੋ ਮਨੀ ਬਿੱਲ ਕਿਸੇ ਵੀ ਤਰ੍ਹਾਂ ਦਾ ਟੈਕਸ ਲਗਾਉਣਾ ਉਹਦੇ ਬਾਰੇ ਗੱਲ ਕਰਦਾ, ਜਾਂ ਕਿਤੋਂ ਇੰਡੀਆ ਦੀ ਸਰਕਾਰ ਨੇ ਕੋਈ ਬੋਰੋ ਕਰਨੀ ਹੈ ਮਨੀ ਉਹਦੇ ਬਾਰੇ ਦੱਸਦਾ, ਕੋਈ ਆਪਣੀ ਸਰਕਾਰ ਦੀਆਂ ਫਾਈਨੈਂਸ਼ੀਅਲ ਆਬਲੀਗੇਸ਼ਨ ਨੇ, ਡਿਊਟੀਜ਼ ਨੇ, ਜਿਹੜਾ ਕੰਸੋਲੀਡੇਟਡ ਜਾਂ ਕੰਟੀਨਜੈਂਸੀ ਫੰਡ ਹੈ ਇੰਡੀਆ ਦਾ ਜਿਹਦੇ 'ਚ ਸੈਲਰੀਜ਼ ਵਗੈਰਾ ਦਿੱਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਕੋਈ ਗੱਲ ਕਰਨੀ ਹੈ, ਕੋਈ ਮਨੀ ਦੀ ਗੱਲ ਕਰਨੀ ਹੈ ਵੀ ਕਿੰਨਾ ਪੈਸਾ ਦਿੱਤਾ ਜਾਊਗਾ ਕੰਸੋਲੀਡੇਟਡ ਫੰਡ 'ਚੋਂ, ਕੋਈ ਖਰਚਾ ਹੈ ਉਹਦੀ ਆਪਾਂ ਨੇ ਡਿਕਲੇਰੇਸ਼ਨ ਕਰਨੀ ਹੈ, ਜਾਂ ਕੋਈ ਪੈਸਾ ਆ ਰਿਹਾ ਪੈਸਾ ਜਾ ਰਿਹਾ, ਕੋਈ ਆਡਿਟਿੰਗ ਹੋ ਰਹੀ ਹੈ, ਪਬਲਿਕ ਅਕਾਊਂਟਸ ਨੇ, ਇਹ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਹੋਵੇ, ਜਾਂ ਕਿਸੇ ਵੀ ਹੋਰ ਤਰ੍ਹਾਂ ਦਾ ਮੈਟਰ ਜੋ ਇਹਨਾਂ ਦੇ ਨਾਲ ਰਲਦਾ ਮਿਲਦਾ ਹੋਵੇ, incidental to any matter specified in A to F। ਸੋ ਕਹਿੰਦੇ ਇਸ ਤਰ੍ਹਾਂ ਦੀ ਫਾਈਨੈਂਸ਼ੀਅਲ ਨੇਚਰ ਦੀਆਂ ਜੋ ਵੀ ਡੀਲਿੰਗਸ ਨੇ ਉਹਨਾਂ ਦੇ ਲਈ ਜਿਹੜਾ ਬਿੱਲ ਪਾਸ ਕੀਤਾ ਜਾਊ ਉਹਦਾ ਨਾਮ ਹੋਊ ਮਨੀ ਬਿੱਲ। ਫਿਰ ਕਹਿੰਦੇ ਜਿਹੜਾ ਇੱਕ ਬਿੱਲ ਹੈ ਜਦੋਂ ਉਹਨੂੰ ਦੋਨੋਂ ਹਾਊਸਿਸ ਨੇ ਪਾਸ ਕਰਤਾ ਤਾਂ ਉਹਨੂੰ ਪ੍ਰੈਜ਼ੀਡੈਂਟ ਦੇ ਅੱਗੇ ਰੱਖਾਂਗੇ ਤੇ ਪ੍ਰੈਜ਼ੀਡੈਂਟ ਆਪਣੀ ਅਸੈਂਟ ਵੀ ਦੇ ਸਕਦਾ ਹੈ, ਆਪਣੀ ਹਾਂ ਵੀ ਕਰ ਸਕਦਾ ਹੈ, ਜਾਂ ਫਿਰ ਉਹਨੂੰ ਵਿਦਹੋਲਡ ਉਹਨੂੰ ਆਪਣੇ ਕੋਲ ਰੱਖ ਵੀ ਸਕਦਾ ਹੈ, ਮਤਲਬ ਕਿ ਉਹਦੇ ਤੇ ਕੋਈ ਜਵਾਬ ਨਾ ਦੇਵੇ। ਸੋ ਪ੍ਰੈਜ਼ੀਡੈਂਟ ਦੇ ਕੋਲ ਦੋਨੋਂ ਹੱਕ ਨੇ। ਸੋ ਇਹ ਹੈ ਆਰਟੀਕਲ 111। ਫਿਰ ਇੰਪੋਰਟੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਆਰਟੀਕਲ ਆ ਗਿਆ ਬਜਟ ਬਾਰੇ, ਕਿ ਬਜਟ ਕਿੱਥੇ ਦੱਸਿਆ ਹੋਇਆ। ਆਰਟੀਕਲ 112 ਦੇ ਅੰਦਰ ਦੱਸਿਆ ਹੋਇਆ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਬਾਰੇ। ਸੋ ਮੈਂ ਹੁਣ ਜਦੋਂ ਤੁਹਾਨੂੰ ਪੰਜਾਬ ਬਜਟ ਕਰਵਾਇਆ ਸੀ ਤਾਂ ਉਹਦੇ 'ਚ ਮੈਂ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ ਹੀ ਪਹਿਲੀ ਚੀਜ਼ ਇਹ ਦੱਸੀ ਸੀ ਵੀ ਆਰਟੀਕਲ 202 ਗੱਲ ਕਰਦਾ ਸਟੇਟ ਲੈਵਲ ਦੇ ਬਜਟ ਦੀ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦੀ। ਸੋ ਉਹ ਤਾਂ ਹੋ ਗਈ ਸਟੇਟ ਲੈਜਿਸਲੇਚਰ ਦੇ ਅੰਦਰ। ਉਰੇ 112 ਆਪਾਂ ਨੂੰ ਦੱਸ ਰਿਹਾ ਸੈਂਟਰ ਲੈਵਲ ਦਾ ਜਿਹੜਾ ਬਜਟ ਪਾਸ ਹੁੰਦਾ ਇੰਡੀਆ ਦਾ ਉਹਦੇ ਬਾਰੇ। ਸੋ ਪ੍ਰੈਜ਼ੀਡੈਂਟ ਇਹਨੂੰ ਪਾਸ ਕਰਦਾ ਹੈ ਹਰ ਸਾਲ। ਫਿਰ 113 'ਚ ਦੱਸਿਆ ਹੋਇਆ ਹੈ ਕਿ ਜੇ ਕਿਸੇ ਵੀ ਹੋਰ ਤਰ੍ਹਾਂ ਦਾ ਐਸਟੀਮੇਟ ਵਗੈਰਾ ਲਗਾਉਣਾ ਵੀ ਕਿੰਨਾ ਖਰਚਾ ਹੋਊ, ਕਿੰਨਾ ਜਿਹੜਾ ਕੰਸੋਲੀਡੇਟਡ ਫੰਡ ਹੈ ਜਿੱਥੇ ਸਰਕਾਰ ਦੇ ਸਾਰੇ ਰੈਵਨਿਊਜ਼ ਆਉਂਦੇ ਨੇ, ਇਹ ਸਾਰੀਆਂ ਚੀਜ਼ਾਂ ਨੇ। ਕੰਸੋਲੀਡੇਟਡ ਫੰਡ ਦੀ ਮੈਂ ਤੁਹਾਨੂੰ ਡੈਫੀਨੇਸ਼ਨ ਬਜਟ 'ਚ ਕਰਾ ਚੁੱਕੀ ਹਾਂ। ਸੋ ਜਦੋਂ ਵੀ ਕੰਸੋਲੀਡੇਟਡ ਫੰਡ ਦਾ ਹਿਸਾਬ ਕਿਤਾਬ ਕਰਨਾ ਤਾਂ ਉਹਦਾ ਪ੍ਰੋਸੀਜਰ ਹੈ 113 'ਚ। ਫਿਰ ਹੈ ਐਪਰੋਪ੍ਰੀਏਸ਼ਨ ਬਿੱਲ। ਕਹਿੰਦੇ ਜਦੋਂ ਕੋਈ ਸਰਕਾਰ ਨੂੰ ਬਿਨਾਂ ਕਿਸੇ ਚੀਜ਼ ਦਾ ਕੋਈ ਖਰਚੇ ਦਾ ਪਹਿਲਾਂ ਪਤਾ ਨਾ ਹੋਵੇ, ਕੋਈ ਇੱਕਦਮ ਖਰਚਾ ਕਰਨਾ ਪੈ ਜਾਵੇ, ਜਾਂ ਜਦੋਂ ਸਰਕਾਰ ਆਪਣੇ ਆਉਣ ਵਾਲੇ ਖਰਚਿਆਂ ਦੇ ਲਈ ਪਹਿਲਾਂ ਤੋਂ ਹੀ ਕੁਝ ਐਮਰਜੈਂਸੀ ਫੰਡ ਐਲੋਕੇਟ ਕਰਕੇ ਰੱਖਦੀ ਹੈ, ਐਪਰੋਪ੍ਰੀਏਟ ਕਰਕੇ ਰੱਖਦੀ ਹੈ, ਉਹਦੇ ਲਈ ਆਪਾਂ ਐਪਰੋਪ੍ਰੀਏਸ਼ਨ ਬਿੱਲ ਪਾਸ ਕਰਦੇ ਹਾਂ। ਇਹ 114 'ਚ ਦੱਸਿਆ ਗਿਆ। ਫਿਰ ਹੈ 115। ਕਹਿੰਦੇ ਜੇ ਕੋਈ ਵੀ ਸਪੈਸ਼ਲ ਐਡੀਸ਼ਨਲ ਅਲੱਗ ਤੋਂ ਗ੍ਰਾਂਟ ਦੇਣੀ ਹੈ, ਪੈਸਾ ਐਲੋਕੇਟ ਕਰਨਾ ਹੈ, ਤਾਂ ਉਹਦਾ ਜਿਹੜਾ ਹੱਕ ਹੈ, ਰਾਈਟ ਹੈ, ਉਹ ਪ੍ਰੈਜ਼ੀਡੈਂਟ ਦੇ ਕੋਲ ਹੈ 115 ਦੇ ਅੰਦਰ। ਦੈਨ 116 ਜੇ ਕਹਿੰਦੇ ਕਿਸੇ ਵੀ ਚੀਜ਼ ਦੇ ਉੱਤੇ ਕੋਈ ਗ੍ਰਾਂਟ ਪਾਸ ਕਰਨ ਦੇ ਲਈ,
कोई क्रेडिट कोई लोन पास करना है या कोई भी ਇਹੋ ਜਿਹਾ law है ਜਿਹਦੇ ਉੱਤੇ VOTING ਦੀ ਜ਼ਰੂਰਤ ਹੈ ਕੋਈ ਖਰਚੇ ਨੂੰ ਲੈ ਕੇ ਜਾਂ ਕੋਈ ਅਨਐਕਸਪੈਕਟਡ ਡਿਮਾਂਡ ਆ ਗਈ ਇੰਡੀਆ ਨੂੰ ਲੈ ਕੇ ਕੋਈ ਆਪਣੇ ਲੜਾਈ ਲੱਗ ਗਈ ਆਪਾਂ ਨੂੰ ਐਕਸਟਰਾ ਖਰਚਾ ਕਰਨਾ ਪੈ ਗਿਆ ਦੇਸ਼ ਨੂੰ ਸੋ ਕਹਿੰਦੇ ਐਦਾਂ ਦੇ ਕੋਈ ਵੀ ਇਨਡੈਫੀਨਿਟ ਕਰੈਕਟਰ ਦੇ ਸਰਵਿਸ ਦੀ ਕੋਈ ਵੀ ਡਿਮਾਂਡ ਹੈ ਤਾਂ ਇਹਨੂੰ ਲੈ ਕੇ ਜਿਹੜੀ VOTING ਹੋਊਗੀ ਉਹ ਆਰਟੀਕਲ 116 ਚ ਦੱਸੀ ਹੋਈ ਹੈ ਦੈਨ ਆਰਟੀਕਲ 117 ਆਉਂਦਾ ਕਹਿੰਦੇ ਜੋ ਵੀ ਫਾਈਨੈਂਸ਼ੀਅਲ ਬਿੱਲ ਨੂੰ ਲੈ ਕੇ ਜੇ ਕੋਈ ਹੋਰ ਸਪੈਸ਼ਲ ਤਰ੍ਹਾਂ ਦਾ ਡਿਸੀਜਨ ਲੈਣਾ ਕੋਈ ਚੇਂਜ ਕਰਨੀ ਹੈ ਅਮੈਂਡਮੈਂਟ ਕਰਨੀ ਹੈ ਜਾਂ ਫਿਰ ਪ੍ਰੈਜ਼ੀਡੈਂਟ ਨੇ ਕੁਝ ਆਪਾਂ ਨੂੰ ਕਿਹਾ ਕੋਈ ਰეკਮੈਂਡੇਸ਼ਨ ਕੀਤੀ ਹੈ ਤਾਂ ਉਹ ਸਾਰਾ ਕੁਝ 117 ਦੇ ਅੰਦਰ ਦੱਸਿਆ ਹੋਇਆ ਤੇ ਕਹਿੰਦੇ ਜੇ ਫਾਈਨੈਂਸ਼ੀਅਲ ਬਿੱਲ ਨੂੰ ਲੈ ਕੇ ਕੋਈ ਚੇਂਜ ਕਰਨੀ ਹੈ ਤਾਂ ਉਹ ਚੇਂਜ ਦੇ ਉੱਤੇ ਜਿਹੜਾ ਡਿਸੀਜਨ ਹੈ ਜਾਂ ਕੋਈ ਵੀ ਪ੍ਰੋਵੀਜ਼ਨ ਬਣਾਉਣੀ ਹੈ ਉਹ ਸਿਰਫ ਲੋਅਰ ਹਾਊਸ ਹੀ ਬਣਾਊਗਾ A bill making such provision shall not be introduced in Council of State. So रे दोबारा गल रिपीट हो रही है ਵੀ ਜੇ ਕਿਸੇ ਵੀ ਤਰ੍ਹਾਂ ਦੇ ਫਾਈਨੈਂਸ਼ੀਅਲ ਬਿੱਲ ਦੇ ਵਿੱਚ ਕੋਈ ਚੇਂਜ ਕਰਨੀ ਹੈ ਤਾਂ ਉਹਨੂੰ ਲੈ ਕੇ ਆਪਾਂ ਲੋਕ ਸਭਾ ਦੇ ਵਿੱਚ ਜਾਵਾਂਗੇ ਰਾਜ ਸਭਾ ਦੇ ਵਿੱਚ ਉਹਨੂੰ ਇੰਟਰੋਡਿਊਸ ਨਹੀਂ ਕਰਾਂਗੇ ਸੋ ਫਿਰ ਪਾਰਲੀਮੈਂਟ ਦੇ ਆਪਣੇ ਕੁਝ ਪ੍ਰੋਸੀਜਰ ਨੂੰ ਚਲਾਉਣ ਦੇ ਰੂਲਸ ਨੇ ਰੈਗੂਲੇਸ਼ਨਸ ਨੇ ਉਹਦੀ ਇੱਕ ਰੂਲ ਬੁੱਕ ਹੈ ਜੋ ਆਰਟੀਕਲ 118 ਗੱਲ ਕਰਦੀ ਹੈ ਫਿਰ ਕਹਿੰਦੇ ਜਿਹੜਾ ਵੀ ਪਾਰਲੀਮੈਂਟ ਦਾ ਫਾਈਨੈਂਸ਼ੀਅਲ ਬਿਜ਼ਨਸ ਨੂੰ ਲੈ ਕੇ ਜੋ ਵੀ ਰੂਲਸ ਨੇ ਉਹ 119 ਚ ਆਉਂਦੇ ਨੇ ਨੈਕਸਟ ਬਹੁਤ ਜ਼ਿਆਦਾ ਇੰਪੋਰਟੈਂਟ ਬਹੁਤ ਪੇਪਰ 'ਚ ਦੇਖਿਆ ਗਿਆ ਆਰਟੀਕਲ 120 ਕਹਿੰਦੇ ਜੋ ਵੀ ਪਾਰਲੀਮੈਂਟ ਦੀ ਪ੍ਰੋਸੀਡਿੰਗ ਹੈ ਉਹ ਕਿਸ ਲੈਂਗੁਏਜ ਦੇ ਵਿੱਚ ਹੋ ਸੋ ਉਹ ਹੋਊਗੀ ਹਿੰਦੀ ਜਾਂ ਇੰਗਲਿਸ਼ ਸੋ ਇਹ ਆਪਾਂ ਨੇ ਯਾਦ ਰੱਖਣਾ ਹੈ ਹਿੰਦੀ ਜਾਂ ਇੰਗਲਿਸ਼ ਪਰ ਕਹਿੰਦੇ ਜੇ ਆਪਾਂ ਕਿਸੇ ਸਟੇਟ ਦੀ ਗੱਲ ਕਰੀਏ ਜਾਂ ਫਿਰ ਕੋਈ ਵੀ ਇਹੋ ਜਿਹਾ ਸਪੀਕਰ ਹੈ ਜਾਂ ਚੇਅਰਮੈਨ ਹੈ ਕਾਉਂਸਲ ਆਫ ਸਟੇਟ ਦਾ ਜੇ ਉਹਨੂੰ ਲੱਗੇ ਵੀ ਕੋਈ ਵੀ ਮੈਂਬਰ ਆਪਣੀ ਗੱਲ ਨੂੰ ਹਿੰਦੀ ਜਾਂ ਇੰਗਲਿਸ਼ ਸਹੀ ਤਰੀਕੇ ਨਾਲ ਐਕਸਪ੍ਰੈਸ ਨਹੀਂ ਕਰ ਪਾ ਰਿਹਾ ਤਾਂ ਜਿਹੜਾ ਮੇਨ ਆਫੀਸਰ ਹੈ ਰਾਜ ਸਭਾ ਦਾ ਜਾਂ ਫਿਰ ਲੋਕ ਸਭਾ ਦਾ ਸਪੀਕਰ ਤੇ ਚੇਅਰਮੈਨ ਉਹ ਅਲਾਉ ਕਰ ਸਕਦਾ ਹੈ ਉਹ ਪਰਮਿਸ਼ਨ ਦੇ ਸਕਦਾ ਹੈ ਵੀ ਉਹ ਮੈਂਬਰ ਆਪਣੀ ਜਿਹੜੀ ਮਦਰ ਟੰਗ ਦੀ ਲੈਂਗੁਏਜ ਆ ਉਹਦੇ ਵਿੱਚ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕੇ ਫਿਰ 121 ਕਹਿੰਦਾ ਕਿ ਕੁਝ ਡਿਸਕਸ਼ਨਸ ਦੇ ਉੱਤੇ ਮਨਾਹੀ ਹੈ ਪਾਰਲੀਮੈਂਟ ਜਿਵੇਂ ਕਹਿੰਦੇ ਕੋਈ ਸੁਪਰੀਮ ਕੋਰਟ ਹਾਈ ਕੋਰਟ ਦੇ ਜੋ ਵੀ ਜੱਜ ਨੇ ਉਹਨਾਂ ਨੂੰ ਲੈ ਕੇ ਕੋਈ ਵੀ ਡਿਸਕਸ਼ਨ ਨਹੀਂ ਹੋਊਗੀ ਪਾਰਲੀਮੈਂਟ ਇਹ ਵੀ ਬਹੁਤ ਇੰਪੋਰਟੈਂਟ ਆਰਟੀਕਲ ਹੈ ਫਿਰ ਆਪਣੇ ਕੋਲ 122 ਆਉਂਦਾ ਇਹ ਕਹਿੰਦਾ ਵੀ ਜਿਹੜੀਆਂ ਕੋਰਟਸ ਨੇ ਕਚਹਿਰੀਆਂ ਨੇ ਉਹ ਪਾਰਲੀਮੈਂਟ ਦੀ ਕਿਸੇ ਵੀ ਪ੍ਰੋਸੀਡਿੰਗ ਨੂੰ ਲੈ ਕੇ ਗੱਲ ਨਹੀਂ ਕਰਨਗੇ ਇਹ ਚੀਜ਼ ਆਪਾਂ ਆਲਰੇਡੀ ਆਰਟੀਕਲ 105 ਸਪੈਸ਼ਲ ਪ੍ਰਿਵਿਲੇजेस ਦੇ ਵਿੱਚ ਵੀ ਪੜ੍ਹ ਚੁੱਕੇ ਹਾਂ ਸੋ ਕਹਿੰਦੇ ਜਿਹੜੀ ਵੀ ਪ੍ਰੋਸੀਡਿੰਗ ਹੈ ਪਾਰਲੀਮੈਂਟ ਦੀ ਉਹ ਕਿਸੇ ਵੀ ਤਰ੍ਹਾਂ ਦੇ ਵਿੱਚ ਕੁਐਸਚਨ 'ਚ ਨਹੀਂ ਆਊਗੀ ਕਿਸੇ ਵੀ ਕੋਰਟ ਦੇ ਵਿੱਚ ਸੋ ਇਹ ਸੀ ਆਪਣਾ ਮੇਨ ਸੈਂਟਰਲ ਲੈਜਿਸਲੇਚਰ ਦਾ ਟੌਪਿਕ ਆਰਟੀਕਲ 79 ਟੂ 122 ਸੋ ਹੁਣ ਆਪਾਂ ਨੇ ਸਾਰਾ ਮੇਨ ਜਿਹੜਾ ਸੈਂਟਰਲ ਲੈਜਿਸਲੇਚਰ ਦਾ ਟੌਪਿਕ ਸੀ ਚੈਪਟਰ 2 ਸੀ ਉਹ ਆਪਾਂ ਨੇ ਪੜ੍ਹ ਲਿਆ ਹੁਣ ਇੱਕ ਅਲੱਗ ਤੋਂ ਮੈਂ ਚੀਜ਼ ਮਿਸ ਨਹੀਂ ਸੀ ਕਰਨੀ ਇਸ ਲਈ ਉਰੇ ਐਡ ਕਰਤੀ ਕਿਉਂਕਿ ਬਹੁਤ ਇੰਪੋਰਟੈਂਟ ਕੁਐਸਚਨ ਹੈ ਮਤਲਬ ਪਿਛਲੇ ਮੈਂ ਜਿੰਨੇ ਵੀ ਪੇਪਰ ਦੇਖੇ ਨੇ ਆਲਮੋਸਟ ਹਰ ਪੇਪਰ 'ਚ ਕੁਐਸਚਨ ਪੁੱਛਿਆ ਹੋਇਆ ਤੇ ਇਹਦੇ 'ਚੋਂ ਮੇਨਲੀ ਆਰਟੀਕਲ ਬਾਰੇ ਪੁੱਛਿਆ ਹੋਇਆ ਕਿ ਪ੍ਰੈਜ਼ੀਡੈਂਟ ਦੀ ਆਰਡੀਨੈਂਸ ਮੇਕਿੰਗ ਪਾਵਰ ਕਿਹੜੇ ਆਰਟੀਕਲ 'ਚ ਹੈ ਸੋ ਇਹ ਹੈ ਆਰਟੀਕਲ 123 ਇਹ ਚੈਪਟਰ ਅਲੱਗ ਹੈ ਪਰ ਇਹ ਚੀਜ਼ ਲੈਜਿਸਲੇਚਰ ਦੇ ਅੰਦਰ ਹੀ ਆਉਂਦੀ ਹੈ ਇਸ ਲਈ ਆਪਾਂ ਕਵਰ ਕਰ ਰਹੇ ਹਾਂ ਸੋ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੇ ਕੋਲ ਇੱਕ ਸਪੈਸ਼ਲ ਲੈਜਿਸਲੇਟਿਵ ਪਾਵਰ ਹੈ ਸੋ ਕਹਿੰਦੇ ਇਫ ਐਟ ਐਨੀ ਟਾਈਮ ਐਕਸੈਪਟ when both the houses are in session president is satisfied that circumstances exist which render it necessary for him to take immediate action he may promulgate such ordinance as the circumstance appears to him required ਕਹਿੰਦੇ ਜੇ ਕਦੇ ਵੀ ਪ੍ਰੈਜ਼ੀਡੈਂਟ ਨੂੰ ਲੱਗ ਰਿਹਾ ਕਿ ਉਹਨੂੰ ਐਮਰਜੈਂਸੀ ਦੇ ਵਿੱਚ ਕੋਈ ਡਿਸੀਜਨ ਲੈਣਾ ਪੈ ਰਿਹਾ ਤੇ ਇਹ ਡਿਸੀਜਨ ਜਦੋਂ ਕੋਈ ਸੈਸ਼ਨ ਚੱਲ ਰਹੇ ਨੇ ਉਸ ਤੋਂ ਇਲਾਵਾ ਦਾ ਕੋਈ ਸਮੇਂ ਹੈ ਤੇ ਉਸ ਟਾਈਮ ਕੋਈ ਸੈਸ਼ਨ ਨਹੀਂ ਚੱਲ ਰਿਹਾ ਕਿਸੇ ਵੀ ਹਾਊਸ ਦਾ ਪਰ ਪ੍ਰੈਜ਼ੀਡੈਂਟ ਨੂੰ ਲੱਗ ਰਿਹਾ ਕਿ ਉਹਨੂੰ ਕੋਈ ਇੰਪੋਰਟੈਂਟ ਐਮਰਜੈਂਸੀ ਆ ਗਈ ਜਿਹਦੇ ਉੱਤੇ ਇੱਕ ਲਾਅ ਪਾਸ ਕਰਨਾ ਪਊ ਸੋ ਪ੍ਰੈਜ਼ੀਡੈਂਟ ਆਰਟੀਕਲ 123 ਦੇ ਅੰਦਰ ਆਪਣੀ ਸਪੈਸ਼ਲ ਪਾਵਰ ਯੂਜ਼ ਕਰਕੇ ਆਰਡੀਨੈਂਸ ਦੇ ਦੂਗਾ ਇੱਕ ਪੱਕਾ ਲਾਅ ਆਪਣੇ ਸਾਹਮਣੇ ਲਿਆ ਕੇ ਰੱਖ ਦੂ ਜਿਹੜਾ ਇਹ ਆਰਡੀਨੈਂਸ ਹੈ 123 ਦੇ ਅੰਦਰ ਕਹਿੰਦੇ ਇਹਦਾ ਸੇਮ ਅਸਰ ਹੋਊਗਾ ਜਿਵੇਂ ਇੱਕ ਪਾਰਲੀਮੈਂਟ ਦੇ ਵਿੱਚੋਂ ਪ੍ਰੋਪਰ ਸੈਸ਼ਨਸ ਦੇ ਵਿੱਚੋਂ ਨਿਕਲ ਕੇ ਬਿੱਲ ਐਕਟ ਬਣਦਾ ਉਵੇਂ ਹੀ ਜਿਹੜਾ ਪ੍ਰੈਜ਼ੀਡੈਂਟ ਇਸ ਪਾਵਰ ਨੂੰ ਯੂਜ਼ ਕਰਕੇ ਐਕਟ ਪਾਸ ਕਰੂ ਆਰਡੀਨੈਂਸ ਦਊ ਉਹਦਾ ਵੀ ਸੇਮ ਇਫੈਕਟ ਹੋਊਗਾ ਪੂਰਾ ਵੈਲਿਡ ਹੋਊਗਾ
ਸੋ ਕਹਿੰਦੇ ਜਿਹੜਾ ਇਹ ਆਰਡੀਨੈਂਸ ਹੈ ਜਦੋਂ ਵੀ ਕੋਈ ਸੈਸ਼ਨ ਆ ਗਿਆ ਤਾਂ ਪ੍ਰੈਜ਼ੀਡੈਂਟ ਇਹ ਆਰਡੀਨੈਂਸ ਨੂੰ ਉਸ ਸੈਸ਼ਨ ਦੇ ਅੱਗੇ ਰੱਖੂਗਾ ਤੇ ਕਹਿੰਦੇ ਜਦੋਂ ਵੀ 6 ਹਫ਼ਤੇ ਦਾ ਸਮਾਂ ਜਿਹੜਾ ਉਹ ਐਕਸਪਾਇਰ ਹੋ ਗਿਆ ਫਰਮ ਰੀਅਸੈਂਬਲੀ ਆਫ ਪਾਰਲੀਮੈਂਟ ਜਾਂ ਫਿਰ ਜੇ ਬਿਫੋਰ ਐਕਸਪਾਇਰੇਸ਼ਨ ਆਫ that period resolutions disapproving it are passed by both the houses may be withdrawn at any time by the president ਕਹਿੰਦੇ ਜਿਹੜਾ ਇਹ ਆਰਡੀਨੈਂਸ ਹੈ ਜਦੋਂ ਵੀ ਕੋਈ ਵੀ ਸੈਸ਼ਨ ਨਵਾਂ ਆ ਗਿਆ ਤਾਂ ਉਹਦੇ 6 ਹਫ਼ਤੇ ਦੇ ਅੰਦਰ ਅੰਦਰ ਜਿਹੜੇ ਹਾਊਸਿਸ ਨੇ ਉਹਨਾਂ ਨੂੰ ਇਸ ਆਰਡੀਨੈਂਸ ਉੱਤੇ ਜਵਾਬ ਦੇਣਾ ਪਊਗਾ ਤੇ ਜੇ ਉਹ ਕਹਿੰਦੇ ਨੇ ਕਿ ਅਸੀਂ ਇਹਦੇ ਨਾਲ ਰਾਜ਼ੀ ਨਹੀਂ ਆ ਤਾਂ ਇਹਨੂੰ ਰੱਦ ਕੀਤਾ ਜਾਊ ਜਾਂ ਫਿਰ ਪ੍ਰੈਜ਼ੀਡੈਂਟ ਆਪ ਹੀ ਕਿਸੇ ਵੀ ਸਮੇਂ ਇਸ ਆਰਡੀਨੈਂਸ ਨੂੰ ਵਾਪਸ ਲੈ ਸਕਦਾ ਹੈ ਵਿਦਡਰਾ ਕਰ ਸਕਦਾ ਹੈ ਨਾਓ ਆਪਾਂ ਨੇ ਸਾਰਾ ਦਾ ਸਾਰਾ ਸੈਂਟਰਲ ਲੈਜਿਸਲੇਚਰ ਧਿਆਨ ਦੇ ਨਾਲ ਇੱਕ ਆਰਟੀਕਲ ਸਮਝ ਲਿਆ ਕੀ ਕਿਸ ਨਾਲ ਡੀਲ ਕਰਦਾ ਕਿਹੜਾ ਆਰਟੀਕਲ ਕੀ ਕਹਿ ਰਿਹਾ ਕਿੱਥੇ ਆਫੀਸਰ ਦੀ ਗੱਲ ਕੀਤੀ ਹੈ ਕਿੱਥੇ ਬਿੱਲਾਂ ਦੀ ਗੱਲ ਕੀਤੀ ਹੈ ਸੋ ਜਦੋਂ ਆਪਾਂ ਨੇ ਜਿਹੜਾ ਸਟੇਟ ਲੈਜਿਸਲੇਚਰ ਹੈ ਇਹਦਾ ਟੌਪਿਕ ਪੜ੍ਹਨਾ ਹੈ ਤਾਂ ਇਹਦੇ ਵਿੱਚ ਸਿਰਫ ਔਰ ਸਿਰਫ ਤੁਹਾਨੂੰ ਆਰਟੀਕਲਸ ਨੂੰ ਯਾਦ ਕਰਨ ਦੀ ਲੋੜ ਹੈ ਸਿਰਫ ਆਰਟੀਕਲਸ ਬਦਲੇ ਗਏ ਨੇ ਵਿਚਲੇ ਬੰਦੇ ਉਹਨਾਂ ਦੀਆਂ ਪਾਵਰ ਸਭ ਕੁਝ ਸੇਮ ਹੈ ਸਿਰਫ ਦੋ ਤਿੰਨ ਚੀਜ਼ਾਂ ਅਲੱਗ ਨੇ ਉਹਨਾਂ ਦੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਅਲੱਗ ਤੋਂ ਉਰੇ ਦੇ ਰਹੀ ਹਾਂ ਬਾਕੀ ਚੀਜ਼ਾਂ ਤੁਸੀਂ ਸਮਝ ਕੇ ਚੱਲਣੀਆਂ ਨੇ ਕੋਈ ਬਿੱਲ ਹੈ ਕੋਈ ਪਾਵਰ ਹੈ ਕੋਈ ਪ੍ਰੋਸੀਜਰ ਹੈ ਸਭ ਕੁਝ ਸੇਮ ਹੈ ਸਿਰਫ ਔਰ ਸਿਰਫ ਆਰਟੀਕਲਸ ਦੇ ਨਾਮ ਬਦਲੇ ਗਏ ਨੇ ਜੋ ਵੀ ਐਕਸਪਲੇਨੇਸ਼ਨ ਹੈ ਜੋ ਵੀ ਥਿਊਰੀ ਹੈ ਸੋ ਉਹ ਬਿਲਕੁਲ ਸੇਮ ਆਪਾਂ ਨੇ ਸੈਂਟਰਲ ਵਾਲੀ ਹੀ ਇੱਧਰ ਲੈ ਕੇ ਆਉਣੀ ਹੈ ਸੋ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਆਪਾਂ ਨੇ ਜਦੋਂ ਸੈਂਟਰਲ ਤੇ ਸਟੇਟ ਨੂੰ ਪੜ੍ਹਨਾ ਤਾਂ ਆਪਾਂ ਨੇ ਕਿਵੇਂ ਪੜ੍ਹਨਾ ਜਿੱਥੇ ਸੈਂਟਰ ਦੇ ਅੰਦਰ ਪ੍ਰੈਜ਼ੀਡੈਂਟ ਦੀ ਗੱਲ ਹੋਈ ਉੱਥੇ ਸਟੇਟ ਦੇ ਅੰਦਰ ਗਵਰਨਰ ਆ ਗਿਆ ਜਿੱਥੇ ਪ੍ਰਾਈਮ ਮਿਨਿਸਟਰ ਦੀ ਗੱਲ ਹੋਈ ਸਟੇਟ ਦੇ ਅੰਦਰ ਉੱਥੇ ਚੀਫ ਮਿਨਿਸਟਰ ਆ ਗਿਆ ਇਹੀ ਸਿਰਫ ਮੇਜਰ ਫਰਕ ਹੈ ਜੋ ਆਪਾਂ ਨੇ ਯਾਦ ਰੱਖਣਾ ਹੈ ਬਾਕੀ ਸਟੇਟ ਦੇ ਅੰਦਰ ਦੋ ਅਸੈਂਬਲੀਆਂ ਨੇ ਲੈਜਿਸਲੇਟਿਵ ਅਸੈਂਬਲੀ ਤੇ ਕੁਝ ਜਗ੍ਹਾ ਤੇ ਲੈਜਿਸਲੇਟਿਵ ਕਾਉਂਸਲ ਵੀ ਹੈ ਸੋ ਮੇਜਰਲੀ ਜਿਹੜੀਆਂ ਇੰਡੀਆ ਦੇ ਸਟੇਟਸ ਨੇ ਉੱਥੇ ਇੱਕ ਹੀ ਅਸੈਂਬਲੀ ਹੈ ਲੈਜਿਸਲੇਟਿਵ ਅਸੈਂਬਲੀ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਵੀ ਕਿਹੜੀਆਂ ਇੰਡੀਆ ਦੀਆਂ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਹੈ ਇਹ ਕੁਐਸਚਨ ਤੁਸੀਂ ਇਹ ਮੰਨ ਲਓ ਵੀ ਕੋਈ ਵੀ ਪੇਪਰ ਹੈ ਤੁਸੀਂ ਸਿਰਫ ਸਿਵਲ ਨੇਚਰ ਦਾ ਪੇਪਰ ਨਹੀਂ ਹੈ ਚਾਹੇ ਕੋਈ ਲਾਅ ਦਾ ਜੁਡੀਸ਼ਰੀ ਦਾ ਹੈ ਜਾਂ ਫਿਰ ਕੋਈ ਵੀ ਹੋਰ ਸਟੇਟ ਲੈਵਲ ਦਾ ਲੋਕਲ ਲੈਵਲ ਦਾ ਪੇਪਰ ਹੈ ਅੱਜ ਕੱਲ ਸਾਰਿਆਂ ਦਾ ਇਹ ਫੇਵਰਿਟ ਕੁਐਸਚਨ ਬਣਿਆ ਹੋਇਆ ਹੈ ਵੀ ਕਿਹੜੀਆਂ ਸਟੇਟਸ ਨੇ ਜਿਨ੍ਹਾਂ ਦੇ ਕੋਲ ਲੈਜਿਸਲੇਟਿਵ ਕਾਉਂਸਲ ਹੈ ਸੋ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਉਹ ਸਾਰੀਆਂ ਸਟੇਟਸ ਦਾ ਨਾਮ ਦੱਸਣਾ ਜਿੰਨੀਆਂ ਵੀ ਨੇ ਸੋ ਮੈਂ ਤੁਹਾਨੂੰ ਰਿਪਲਾਈ ਕਰਕੇ ਦੱਸ ਦੂੰਗੀ ਕਿ ਤੁਹਾਡਾ ਆਨਸਰ ਸਹੀ ਹੈ ਜਾਂ ਗਲਤ ਹੈ ਸੋ ਹੁਣ ਆਪਾਂ ਦੇਖਦੇ ਹਾਂ ਕਿ ਜਨਰਲ ਪ੍ਰੋਵੀਜ਼ਨ ਸੇਮ ਸੈਂਟਰ ਦੀ ਤਰ੍ਹਾਂ ਫਿਰ ਆਫੀਸਰਸ ਕੰਡਕਟ ਆਫ ਬਿਜ਼ਨਸ ਸਿਰਫ ਆਰਟੀਕਲਸ ਬਦਲੇ ਨੇ ਡਿਸਕੁਆਲੀਫਿਕੇਸ਼ਨ ਪਾਵਰ ਪ੍ਰਿਵਿਲੇਜ ਲੈਜਿਸਲੇਟਿਵ ਪ੍ਰੋਸੀਜਰ ਫਾਈਨੈਂਸ਼ੀਅਲ ਮੈਟਰ ਜਨਰਲੀ ਸੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਹੈਡਿੰਗਸ ਵੀ ਸੇਮ ਨੇ ਸਿਰਫ ਔਰ ਸਿਰਫ ਤੁਸੀਂ ਆਰਟੀਕਲਸ ਯਾਦ ਰੱਖਣੇ ਨੇ ਵੀ ਕਿਹੜੇ ਆਰਟੀਕਲਸ ਕਿਸ ਚੀਜ਼ ਨਾਲ ਇੱਧਰ ਡੀਲ ਕਰ ਰਹੇ ਨੇ ਇਹ ਸਾਰੇ ਇੰਪੋਰਟੈਂਟ ਆਰਟੀਕਲਸ ਹੈ ਜਿਨ੍ਹਾਂ ਤੁਸੀਂ ਨਾਮ ਪੜ੍ਹ ਲੈਣਾ ਹੈ ਮੈਂ ਤੁਹਾਨੂੰ ਪੀਡੀਐਫ ਪ੍ਰੋਵਾਈਡ ਕਰਵਾ ਦੂੰਗੀ ਸੋ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉੱਥੇ ਮੈਂ ਨਾਲ ਦੀ ਨਾਲ ਹੁਣ ਤੋਂ ਜੋ ਵੀ ਵੀਡੀਓ YouTube ਤੇ ਪਾਉਂਗੀ ਉਹਦਾ ਲਿੰਕ PDF ਦਾ ਉਹਦੇ ਚ ਐਡ ਕਰ ਦੂੰਗੀ ਸੋ ਉਰੇ ਜਿਹੜੀ ਚੀਜ਼ ਆਪਾਂ ਨੇ ਅੱਡ ਤੋਂ ਪੜ੍ਹਨੀ ਹੈ ਉਹ ਹੈ ਕੰਪੋਜੀਸ਼ਨ ਵੀ ਕਿੰਨੇ ਬੰਦੇ ਨੇ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ ਸਟੇਟ ਦੀ ਅਸੈਂਬਲੀ ਹੈ ਉਹਦੇ ਵਿੱਚ 500 ਤੋਂ ਜ਼ਿਆਦਾ ਨਹੀਂ ਬੰਦੇ ਹੋਣੇ ਚਾਹੀਦੇ ਤੇ 60 ਤੋਂ ਘੱਟ ਨਹੀਂ ਹੋਣੇ ਚਾਹੀਦੇ ਸੋ ਮੈਕਸਿਮਮ ਹੈ 500 ਮਿਨੀਮਮ ਹੈ 60 ਇਹ ਤੁਸੀਂ ਯਾਦ ਰੱਖਣਾ ਹੈ ਪਹਿਲੀ ਚੀਜ਼ ਸੋ ਨੈਕਸਟ ਇਜ਼ ਕੰਪੋਜੀਸ਼ਨ ਆਫ ਲੈਜਿਸਲੇਟਿਵ ਕਾਉਂਸਲ ਇਹ ਥੋੜਾ ਜਿਹਾ ਡਿਫਰੈਂਟ ਹੈ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਹੈ ਬਹੁਤ ਵਾਰੀ ਇਹਦੇ ਚੋਂ ਕੁਐਸਚਨ ਆਉਂਦਾ ਹੈ ਜਿਹੜੇ ਟੋਟਲ ਨੰਬਰ ਮੈਂਬਰ ਨੇ ਕਿ ਉਹਨਾਂ ਨੂੰ ਕਿਵੇਂ ਡਿਵਾਈਡ ਕੀਤਾ ਹੈ ਸੋ ਕਹਿੰਦੇ ਜਿਹੜੇ ਕੁੱਲ ਮੈਂਬਰ ਨੇ ਲੈਜਿਸਲੇਟਿਵ ਕਾਉਂਸਲ ਦੇ ਉਹ ਕਿੰਨੇ ਹੋਣਗੇ ਜਿੰਨੀ ਸਟੇਟ ਲੈਜਿਸਲੇਟਿਵ ਉਹਦੇ ਮੈਂਬਰ ਨੇ ਉਹਦੇ 1/3 ਤੋਂ ਜ਼ਿਆਦਾ ਨਹੀਂ ਹੋ ਸਕਦੇ ਸੋ 1/3 ਆਫ ਦ ਮੈਂਬਰਸ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ ਪਹਿਲੀ ਚੀਜ਼ ਤਾਂ ਤੁਸੀਂ ਇਹ ਯਾਦ ਕਰ ਲਓ ਨੈਕਸਟ ਹੈਗਾ ਵੀ ਟੋਟਲ ਮੈਂਬਰਸ ਨੂੰ ਕਿਵੇਂ ਡਿਵਾਈਡ ਕੀਤਾ ਕਹਿੰਦੇ ਜਿਹੜੇ ਲੈਜਿਸਲੇਟਿਵ ਕਾਉਂਸਲ ਦੇ ਮੈਂਬਰ ਨੇ ਉਹਨਾਂ ਚੋਂ 1/3 ਮੈਂਬਰ ਜਿਹੜੇ ਲੋਕਲ ਬਾਡੀਜ਼ ਨੇ ਉੱਥੋਂ ਆਉਣਗੇ 1/12 ਮੈਂਬਰ
ਇਹ ਘੱਟੋ ਘੱਟ 3 ਸਾਲ ਦੇ ਕੋਈ ਗ੍ਰੈਜੂਏਟ ਹੋਣੇ ਚਾਹੀਦੇ ਨੇ, ਪੜ੍ਹੇ ਲਿਖੇ, ਜਾਂ ਫਿਰ ਇਹਨਾਂ ਦੇ ਕੋਲ ਕੋਈ ਪ੍ਰੋਪਰ ਜੋ ਵੀ ਪਾਰਲੀਮੈਂਟ ਨੇ ਕੁਆਲੀਫਿਕੇਸ਼ਨ ਦੱਸੀ ਹੈ ਉਹ ਹੋਣੀ ਚਾਹੀਦੀ ਹੈ। ਬਾਕੀ 1/12 ਮੈਂਬਰ ਨੇ ਜਿਹੜੇ, ਇਹਨਾਂ ਕੋਲ ਟੀਚਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਾਂ ਕਿਸੇ ਹੋਰ ਐਜੂਕੇਸ਼ਨਲ ਇੰਸਟੀਟਿਊਸ਼ਨ ਚ ਪੜ੍ਹਾਉਣ ਦਾ ਐਕਸਪੀਰੀਅੰਸ ਹੋਵੇ। 1/3 ਮੈਂਬਰ ਕਹਿੰਦੇ ਉਹ ਹੋਣੇ ਚਾਹੀਦੇ ਨੇ ਜਿਹੜੇ ਸਟੇਟ ਲੈਜਿਸਲੇਟਿਵ ਅਸੈਂਬਲੀ ਇਲੈਕਟ ਕਰੂਗੀ। ਬਾਕੀ ਬਚੇ ਹੋਏ ਜਿਹੜੇ ਇਹ ਮੈਂਬਰਸ ਨੇ, ਇਹਨਾਂ ਨੂੰ ਜਿਵੇਂ ਉੱਧਰ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਹੁੰਦਾ ਨੋਮੀਨੇਟ, ਉਰੇ ਕਿਹਦੇ ਕੋਲ ਪਾਵਰ ਹੈ? ਗਵਰਨਰ ਦੇ ਕੋਲ। ਸੋ ਇਹਨਾਂ ਨੂੰ ਬਚੇ ਹੋਇਆਂ ਨੂੰ ਗਵਰਨਰ ਨੋਮੀਨੇਟ ਕਰੂਗਾ। ਤੇ ਉਰੇ ਦੁਬਾਰਾ ਤੋਂ ਇੰਪੋਰਟੈਂਟ ਚੀਜ਼ ਨਿਕਲ ਕੇ ਆਉਂਦੀ ਹੈ ਕਿ ਗਵਰਨਰ ਹੈ ਜਿਹੜਾ, ਉਹਨੇ ਜਿਹੜੇ ਬੰਦੇ ਨੋਮੀਨੇਟ ਕਰਨੇ ਨੇ ਉਹ ਕਿਹੜੇ ਏਰੀਆ ਦੀ ਨੌਲੇਜ ਵਾਲੇ ਹੋਣੇ ਚਾਹੀਦੇ ਨੇ। ਸੋ ਉਹ ਲਿਟਰੇਚਰ, ਸਾਇੰਸ, ਆਰਟ, ਕੋਆਪਰੇਟਿਵ ਮੂਵਮੈਂਟ ਐਂਡ ਸੋਸ਼ਲ ਸਰਵਿਸ, ਉਧਰ ਨਾਲੋਂ ਇੱਧਰ ਏਰੀਆਜ਼ ਦਾ ਫਰਕ ਹੈ। ਸੋ ਤੁਸੀਂ ਦੋਨੋਂ ਇਹ ਡਿਫਰੈਂਸਿਸ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਕੇ ਚੀਜ਼ ਨੂੰ ਯਾਦ ਕਰਨਾ ਹੈ ਕਿ ਇੱਧਰ ਆਪਣੇ ਕੋਲ ਕੋਆਪਰੇਟਿਵ ਮੂਵਮੈਂਟ ਆ ਗਈ। ਦੈਨ ਆਰਟੀਕਲ 172 ਇਹ ਦੱਸਦਾ ਸਮਾਂ। ਸੋ ਸੇਮ ਸਟੇਟ ਲੈਜਿਸਲੇਚਰ 5 ਸਾਲ ਲਈ, ਜਿੱਥੇ ਸਟੇਟ ਲੈਜਿਸਲੇਟਿਵ ਕਾਉਂਸਲ ਆ ਰਹੀ ਹੈ ਉਹ ਕਦੇ ਵੀ ਡਿਸੋਲਵ ਨਹੀਂ ਹੋਊਗੀ, ਉਹ ਸੇਮ ਰਾਜ ਸਭਾ ਦੀ ਤਰ੍ਹਾਂ ਪਰਮਾਨੈਂਟ ਹੈ। ਸੋ ਇਸ ਲਈ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਵੀ ਜਦੋਂ ਤੁਸੀਂ ਸੈਂਟਰ ਤੇ ਸਟੇਟ ਲੈਜਿਸਲੇਚਰ ਪੜ੍ਹਨਾ ਹੈ, ਤੁਸੀਂ ਸੈਂਟਰ ਪੜ੍ਹ ਲਓ, ਸਟੇਟ ਦੇ ਇਕੱਲੇ ਆਰਟੀਕਲ ਤਿਆਰ ਕਰ ਲਓ, ਕੰਪੋਜੀਸ਼ਨ ਤਿਆਰ ਕਰ ਲਓ, ਤੁਹਾਡਾ ਇਹ ਪੂਰਾ ਟੌਪਿਕ ਰੈਡੀ ਹੈ। ਫਿਰ ਇਹ ਸਾਰਿਆਂ ਦੇ ਆਰਟੀਕਲਸ ਦੱਸੇ ਹੋਏ ਨੇ, ਤੁਸੀਂ ਸਿਰਫ ਆਰਟੀਕਲਸ ਦੇ ਨਾਮ ਯਾਦ ਕਰ ਲਓ ਕਿਉਂਕਿ ਐਕਸਪਲੇਨੇਸ਼ਨ ਆਲਰੇਡੀ ਆਪਾਂ ਸੈਂਟਰਲ ਦੇ ਅੰਦਰ ਕਰ ਚੁੱਕੇ ਆ ਤੇ ਐਗਜ਼ੈਕਟਲੀ ਟੂ ਦੀ ਪੁਆਇੰਟ ਬਿਲਕੁਲ ਸੇਮ ਐਕਸਪਲੇਨੇਸ਼ਨ ਹੈ। ਸਿਰਫ ਮੈਂ ਤੁਹਾਨੂੰ ਦੱਸਤਾ ਵੀ ਪ੍ਰੈਜ਼ੀਡੈਂਟ ਨੂੰ ਆਪਾਂ ਨੇ ਇੱਧਰ ਗਵਰਨਰ ਦੇ ਤੌਰ ਤੇ ਪੜ੍ਹਨਾ, ਉਧਰ ਪੀਐਮ ਨੂੰ ਇੱਧਰ ਸੀਐਮ ਦੇ ਤੌਰ ਤੇ ਪੜ੍ਹਨਾ। ਫਿਰ ਇਹ ਸਾਰੇ ਆਰਟੀਕਲਸ ਦੀ ਮੈਂ ਤੁਹਾਨੂੰ ਲਿਸਟ ਦਿੱਤੀ ਹੈ ਸੋ ਦੈਟ ਤੁਹਾਨੂੰ ਈਜ਼ੀ ਹੋ ਜਾਵੇ ਪੇਪਰ ਦੇ ਵਿੱਚ ਇਹਨਾਂ ਨੂੰ ਲਾਈਨ ਵਾਈਜ਼ ਯਾਦ ਕਰਨਾ। ਜਿਵੇਂ ਉਰੇ ਮਨੀ ਬਿੱਲ ਦੀ ਡੈਫੀਨੇਸ਼ਨ ਹੈ 199 ਚ, ਅਸੈਂਟ ਟੂ ਬਿੱਲ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਫਿਰ ਲਾਸਟ ਵਿੱਚ ਆਉਂਦਾ ਚੈਪਟਰ 4। ਜਿਵੇਂ ਉਧਰ ਆਪਾਂ ਨੇ ਆਰਡੀਨੈਂਸ ਮੇਕਿੰਗ ਪਾਵਰ ਪ੍ਰੈਜ਼ੀਡੈਂਟ ਦੀ ਪੜ੍ਹੀ ਹੈ, ਉਵੇਂ ਹੀ ਇੱਧਰ ਆਪਾਂ ਗਵਰਨਰ ਦੀ ਪੜ੍ਹ ਰਹੇ ਹਾਂ। ਸੋ ਗਵਰਨਰ ਦੀ ਆਰਡੀਨੈਂਸ ਮੇਕਿੰਗ ਪਾਵਰ ਹੈਗੀ 213 ਤੇ ਪ੍ਰੈਜ਼ੀਡੈਂਟ ਦੀ ਸੀਗੀ 123 ਦੇ ਵਿੱਚ। ਸੋ ਇਹ ਸਿਰਫ ਜਿਹੜੇ ਡਿਜਿਟਸ ਨੇ ਇਹ ਆਪਾਂ ਨੇ ਉਲਟੇ ਕੀਤੇ ਨੇ ਤੇ ਤੁਸੀਂ ਉਹਨੂੰ ਇਸ ਤਰ੍ਹਾਂ ਦੇ ਨਾਲ ਟ੍ਰਿਕਸ ਦੇ ਨਾਲ ਯਾਦ ਵੀ ਕਰ ਸਕਦੇ ਹੋ। ਸੋ ਇਹ ਸੀ ਆਪਣਾ ਅੱਜ ਦਾ ਸਾਰਾ ਟੌਪਿਕ ਸੈਂਟਰਲ ਤੇ ਸਟੇਟ ਲੈਜਿਸਲੇਚਰ ਦਾ। ਸੋ ਮੈਂ ਤੁਹਾਨੂੰ ਜੋ ਵੀ ਇੰਪੋਰਟੈਂਟ ਚੀਜ਼ਾਂ ਨੇ ਜਿਨ੍ਹਾਂ ਦੀ ਐਕਸਪਲੇਨੇਸ਼ਨ ਦੀ ਲੋੜ ਆ, ਪਹਿਲਾਂ ਆਪਣੇ ਮੇਨ ਕੰਪੋਜੀਸ਼ਨ ਆ ਗਿਆ, ਹਾਊਸਿਸ ਆ ਗਏ, ਉਹਨਾਂ ਦੇ ਆਫੀਸਰ ਆ ਗਏ, ਫਿਰ ਉਹਨਾਂ ਦਾ ਟਾਈਮ ਪੀਰੀਅਡ, ਡਿਸਕੁਆਲੀਫਿਕੇਸ਼ਨ, ਫਿਰ ਇੰਪੋਰਟੈਂਟ ਬਿੱਲ, ਮਨੀ ਬਿੱਲ ਬਾਰੇ ਕਦੋਂ ਲੈਪਸ ਹੋ ਸਕਦਾ ਹੈ, ਕਦੋਂ ਨਹੀਂ ਲੈਪਸ ਹੋ ਸਕਦਾ, ਕਿਹਦੇ ਕੋਲ ਜਾਊਗਾ। ਸੋ ਆਪਾਂ ਨੇ ਸਾਰੀਆਂ ਚੀਜ਼ਾਂ ਡੀਟੇਲ 'ਚ ਡਿਸਕਸ ਕੀਤੀਆਂ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕੁਐਸਚਨ ਦਾ ਆਨਸਰ ਜ਼ਰੂਰ ਕਰਨਾ ਹੈ ਵੀ ਇੰਡੀਆ ਦੇ ਵਿੱਚ ਕਿਹੜੀਆਂ ਇਹੋ ਜਿਹੀਆਂ ਸਟੇਟਸ ਨੇ ਜਿਨ੍ਹਾਂ ਦੇ ਵਿੱਚ 2 ਹਾਊਸਿਸ ਨੇ, ਲੈਜਿਸਲੇਟਿਵ ਅਸੈਂਬਲੀ ਐਂਡ ਲੈਜਿਸਲੇਟਿਵ ਕਾਉਂਸਲ, ਕਿਉਂਕਿ ਇਹ ਕੁਐਸਚਨ 100% ਔਨ ਦੇ ਪੇਪਰ ਚਾਂਸਿਸ ਨੇ। ਬਹੁਤ ਫੇਵਰੇਟ ਕੁਐਸਚਨ ਹੈ ਸਾਰੇ ਐਗਜ਼ਾਮੀਨਰਸ ਦਾ। ਸੋ ਆਪਾਂ ਇਹਨੂੰ ਮਿਸ ਨਹੀਂ ਕਰ ਸਕਦੇ। ਜਿੰਨੇ ਵੀ ਆਉਣ ਵਾਲੇ ਪੰਜਾਬ ਗਵਰਨਮੈਂਟ ਦੇ ਐਗਜ਼ਾਮ ਨੇ ਤੁਹਾਨੂੰ ਕਿਸੇ ਨਾ ਕਿਸੇ ਦੇ ਵਿੱਚ ਇਹ ਕੁਐਸਚਨ ਜ਼ਰੂਰ ਮਿਲੂਗਾ। So this was all about our topic. I hope you liked the video, the content and my style of teaching. Thank you and keep supporting my channel Victor's Knowledge.